ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਰਸਨ ਤੇ ਰਸ ਭਲਾ। ਸਾਧ ਲੈ ਜੋ ਕੋਏ ਸ੍ਰੀ ਗੁਰਮੁਖ ਤੇ ਨਾਮ ਸੁਨਾ। ਜਪਹਿ ਸਦਾ ਸੁਖ ਹੋਏ। ਸਰਬ ਰਸਨ ਤੇ ਰਸ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ। ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸੰਧਿਆ ਦੇ ਸਮੇਂ ਤੋਂ ਹੀ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਲਾਹੇ ਲੈ ਰਹੇ ਹੋ। ਗੁਰਬਾਣੀ ਪੜ੍ਹ ਸੁਣ ਰਹੇ ਹੋ। ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸੱਜੇ ਹੈ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਤਿਲ ਫੁੱਲ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਲੈ ਰਹੇ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹ ਸੁਣ ਰਹੇ ਹਾਂ। ਜਿਵੇਂ ਸਤਿਗੁਰੂ ਜੀ ਮਹਾਰਾਜ ਬਹਾਵਲਪੁਰ ਦੀ ਰਿਆਸਤ ਵਿੱਚ ਗਏ। ਉੱਥੋਂ ਦੇ ਜੋ ਪੀਰ ਜਲਾਲਦੀਨ ਪੀਰ ਸਨ, ਭਾਵੇਂ ਕਿ ਉਹ ਬੜੀਆਂ ਸ਼ਕਤੀਆਂ ਦੇ ਮਾਲਕ ਸੀ, ਪਰ ਜੋ ਪਰਮੇਸ਼ਰ ਵੱਲੋਂ ਜਿਹੜਾ ਬੇਮੁਖਤਾਈ ਸੀ ਅੰਦਰ, ਉਹ ਬੇਮੁਖਤਾਈ ਤੋਂ ਹਟਾ ਕੇ ਗੁਰਮੁਖਤਾਈ ਬਖਸ਼ਿਸ਼ ਕੀਤੀ।
ਭਾਵ ਭਗਤੀ ਦਾ ਰਸਤਾ, ਗੁਰਮੁਖਾਂ ਵਾਲਾ ਰਸਤਾ ਦੱਸ ਕੇ ਗੁਰੂ ਸਾਹਿਬ ਜੀ ਪਾਗਪਟਨ ਸ਼ਹਿਰ, ਜੋ ਬਾਬਾ ਫਰੀਦ ਜੀ ਦਾ ਅੰਤਲਾ ਸਥਾਨ ਹੈ, ਜਿੱਥੇ ਉਹਨਾਂ ਸਰੀਰ ਛੱਡਿਆ ਸੀ, ਇੱਥੇ ਗੁਰੂ ਸਾਹਿਬ ਜੀ ਆ ਗਏ। ਇੱਥੇ ਸਤਿਗੁਰੂ ਜੀ ਦੇ ਨਾਲ ਬਾਬਾ ਫਰੀਦ ਜੀ ਦੇ ਅੱਗੇ ਜੋ ਜਾਨਸ਼ੀਨ ਗੱਦੀ 'ਤੇ ਬੈਠੇ ਹੋਏ ਸਨ ਸ਼ੇਖ ਬ੍ਰਹਮ ਜੀ, ਉਹਨਾਂ ਨਾਲ ਸਤਿਗੁਰੂ ਜੀ ਦੇ ਬਚਨ ਵਿਲਾਸ ਹੋਏ ਅਤੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਬਾਬਾ ਫਰੀਦ ਜੀ ਦੇ ਕਹੇ ਹੋਏ ਬਚਨ ਸਾਰੇ ਜਿਹੜੇ ਦੱਸੇ। ਹਿੰਦੂ ਮੁਸਲਮਾਨ ਦੀ ਵੀ ਗੱਲਬਾਤ ਪੁੱਛੀ ਵੀ ਦੋ ਹੱਦਾਂ ਹੈ ਮਾਲਕ ਕੇ ਕਿਹੜਾ ਮੰਨਣ ਯੋਗ ਹੈ। ਅਤੇ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਦੇਖੋ ਸ਼ੇਖ ਬ੍ਰਹਮ ਜੀ, ਦੋਵੇਂ ਜੋ ਹੈ ਉਹ ਖੁਦਾ ਪਰਮੇਸ਼ਰ ਇੱਕ ਮਾਲਕ ਦੇ ਬਣਾਏ ਹੋਏ, ਸਾਰਿਆਂ ਵਿੱਚ ਜੋਤ ਇੱਕੋ ਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਈ। ਜੋਤ ਜੋਤ ਉਹੀ ਉਹ ਇੱਕ ਹੀ ਹੈ। ਉਹ ਹੱਦਾਂ ਭਾਵੇਂ ਜ਼ਰੂਰ ਇਹ ਪੱਖਵਾਦੀਆਂ ਨੇ, ਅਗਿਆਨੀ ਲੋਕਾਂ ਨੇ ਕਾਇਮ ਕਰ ਦਿੱਤੀਆਂ, ਉਹ ਕਿਸੇ ਹੱਦ ਵਿੱਚ ਨਹੀਂ ਹੈ ਪਰਮਾਤਮਾ। ਬੜੇ ਖੁਸ਼ ਹੋਏ ਫਿਰ ਸਤਿਗੁਰੂ ਜੀ ਨਾਲ ਸ਼ੇਖ ਬ੍ਰਹਮ ਜੀ ਨੇ ਬਾਬਾ ਫਰੀਦ ਸਲੋਕਾਂ ਦੀ ਸਾਂਝ ਗਿਆਨ ਚਰਚਾ ਕੀਤੀ। ਉਹ ਪਿੱਛੇ ਆਪਾਂ ਵਿਸਥਾਰ ਨਾਲ ਸਰਵਣ ਕੀਤਾ ਹੀ ਹੈ। ਜਿਵੇਂ ਕੱਲ੍ਹ ਦੇ ਦੀਵਾਨਾਂ ਵਿੱਚ ਸ਼ੇਖ ਬ੍ਰਹਮ ਜੀ ਨੂੰ ਜਦੋਂ ਸਤਿਗੁਰੂ ਜੀ ਨੇ ਪ੍ਰਮਾਣ ਦਿੱਤਾ ਵੀ ਜਿਹੜੀਆਂ ਜੀਵ ਰੂਪੀ ਇਸਤਰੀਆਂ ਉਹ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਹਮੇਸ਼ਾ ਨੂੰ ਸੰਭਾਲਦੀਆਂ, ਚੇਤੇ ਕਰਦੀਆਂ, ਉਹਨਾਂ ਨੂੰ ਆਪਣੇ ਪਾਸ ਰੱਖਦਾ, ਉਹਨਾਂ ਕੋਲ ਹੀ ਰਹਿੰਦਾ ਹੈ ਮਾਲਕ, ਉਹਨਾਂ ਨੂੰ ਨਹੀਂ ਛੱਡਦਾ। ਆ ਜਿਹੜੀਆਂ ਉਹਦਾ ਭੈ ਨਹੀਂ ਕਰਦੀਆਂ ਅਤੇ ਹੋਰਾਂ ਦੇ ਨਾਲ ਚਿੱਤ ਵਿੱਚ ਪ੍ਰੇਮ ਰੱਖਦੀਆਂ, ਉਹਨਾਂ ਨੂੰ ਦੂਰ ਕਰ ਦਿੰਦਾ ਹੈ ਮਾਲਕ। ਜਿਵੇਂ ਇੱਕ ਦੁਨਿਆਵੀ ਪ੍ਰਮਾਣ ਵੀ ਹੈਗਾ ਇਸੇ ਤਰ੍ਹਾਂ। ਫਿਰ ਕਹਿਣ ਲੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਸਾਡੇ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ, ਧਨ ਕੋ ਕਹਿੰਦੀ ਗੋਰ ਮੈਂ ਤੈ ਸਹਿ ਨਾ ਮਿਲੀ ਆਸ। ਇਹ ਬਚਨ ਉਚਾਰਨ ਕੀਤੇ ਗੁਰੂ ਸਾਹਿਬ ਜੀ ਨੇ ਅੱਗੋਂ ਉਚਾਰਨ ਕਰਕੇ ਕਿਹਾ, ਮਹਿਲ ਕੁਚੱਜੀ ਮੜਵੜੀ ਕਾਲੀ ਮਨੋਂ ਕਸੁੱਧ, ਜੇ ਗੁਣ ਹੋਵਣ ਤਾਂ ਫਿਰ ਰਵੈ ਨਾਨਕ ਅਵਗੁਣ ਮੁੰਦ। ਫਿਰ ਇਹ ਸੁਣ ਕੇ ਤੇ ਫਿਰ ਕਿਹਾ, ਕਹਿੰਦੇ ਵੀ ਮਹਾਰਾਜ ਫਰੀਦ ਸਾਹਿਬ ਸਾਡੇ ਕਹਿੰਦੇ ਵੱਡੇ ਵੀ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋ ਕਰੀ, ਜਿਤ ਬਸ ਆਵੈ ਕੰਤ। ਉਹ ਕਿਹੜਾ ਮਹਾਰਾਜ ਅੱਖਰ ਕਹੀਏ ਜੰਤਰ ਤਵੀਤ ਹੈ, ਜਿਸ ਨਾਲ ਪਤੀ ਪਰਮਾਤਮਾ ਵਸ ਵਿੱਚ ਆ ਜਾਏ। ਉਹ ਕਿਹੜਾ ਧਾਗਾ ਟੂਣਾ ਹੈ ਕਵਣ ਗੁਣ, ਕਵਣ ਸੋ ਮਣੀਆਂ ਮੰਤ। ਉਹ ਕਿਹੜਾ ਸ਼੍ਰੋਮਣੀ ਮੰਤਰ ਹੈ ਜਿਸ ਕਰਕੇ ਉਹ ਪਰਮੇਸ਼ਰ ਵਸ ਵਿੱਚ ਆ ਜਾਏ। ਅਤੇ ਉਹ ਕਿਹੜਾ ਵੇਸ ਹੈ ਜਿਸ ਵੇਸ ਨਾਲ ਵਾਸਾ ਵਿੱਚ ਆ ਜਾਏ। ਗੁਰੂ ਸਾਹਿਬ ਜੀ ਫਿਰ ਬਚਨ ਉਚਾਰ ਕੇ ਕਿਹਾ, ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾਵੀ ਕੰਤ। ਵੀ ਸ਼ੇਖ ਬ੍ਰਹਮ ਜੀ ਜਿਹੜਾ ਸਾਰੇ ਅੱਗੇ ਨਿਮ ਕੇ ਰਹਿਣਾ, ਨਿਮਰਤਾ ਵਿੱਚ ਰਹਿਣਾ ਨਾ, ਧੂੜ ਬਣ ਕੇ ਕੀੜੀ ਦੀ ਨਿਆਈ, ਢਲਦੇ ਪਾਣੀ ਦੀ ਨਿਆਈ, ਇਹ ਜੰਤਰ ਬਹੁਤ ਮਹਾਨ ਹੈ, ਇਹ ਤਵੀਤ ਹੈ। ਆ ਜਿਵੇਂ ਕੋਈ ਜੰਤਰ ਲਿਖ ਕੇ ਕਾਗਜ਼ 'ਤੇ ਤੋਂ ਮੜ੍ਹ ਦਿੰਦੇ ਤਵੀਤ ਵਿੱਚ, ਅਤੇ ਕਈ ਡੋਲਿਆਂ 'ਤੇ ਬੰਨ੍ਹ ਲੈਂਦੇ, ਕਿ ਗਲ ਵਿੱਚ ਪਾ ਲੈਂਦੇ, ਉਹਨੂੰ ਤਵੀਤ ਕਈ ਦਾ ਜੰਤਰ ਕਿਹਾ ਜਾਂਦਾ ਹੈ। ਜਿਹੜਾ ਸਭ ਦੇ ਅੱਗੇ ਨਿਮਣਾ ਹੈ ਇਹ ਜੰਤਰ ਹੈ, ਇਸ ਨਾਲ ਪਰਮੇਸ਼ਰ ਵਸ ਵਿੱਚ ਹੋ ਜਾਂਦਾ। ਗਰੀਬੀ ਵੇਖ ਕੇ ਖਾਵਣ ਗੁਣ, ਜਿਹੜੀ ਖਿਮਾ ਸਹਾਰਨ ਸ਼ਕਤੀ ਰੱਖਣੀ, ਬੋਲ ਕਬੋਲ ਸਾਰਿਆਂ ਦੇ ਸਹਾਰ ਲੈਣੇ ਹੈ। ਇਹ ਗੁਣ
ਇਹ ਤਾਗਾ ਟੂਣਾ ਹੈ। ਜਿਵੇਂ ਕਿਸੇ ਨੂੰ ਵੱਸ ਕਰਨ ਵਾਸਤੇ ਉਹ ਲੋਕ ਕਰਦੇ ਨਾ 5-7 ਧਾਗੇ ਨੂੰ ਗੰਢਾ ਮਾਰ ਕੇ ਫੂਕ ਜੀ ਮਾਰ ਕੇ ਦੇ ਦਿੰਦੇ ਆ ਅਤੇ ਕਹਿੰਦੇ ਵੀ ਆ ਤੇਰੇ ਹੁਣ ਇਹ ਤੂੰ ਟੂਣਾ ਕਰ ਦਈ। ਜਾਂ ਕਈ ਲੂਣ ਮਾਂਜਾ ਜਾਂ ਰੱਖ ਦਿੰਦੇ ਆ ਮੋੜਾਂ ਦੇ ਉੱਪਰ, ਕਈ ਕੁਝ ਕਰਦੇ ਟੂਣਿਆਂ ਵਾਲੇ। ਇਹ ਟੂਣਾ ਹੁੰਦਾ ਹੈ। ਤੰਤਰ ਕਹਿ ਲਓ, ਟੂਣਾ ਕਹਿ ਲਓ, ਗੁਣ ਕਹਿ ਲਓ। ਜਿਹੜੀ ਸਹਾਰਨ ਸ਼ਕਤੀ ਰੱਖਣੀ ਹੈ ਤੰਤਰ ਧਾਗਾ ਟੂਣਾ ਹੈ। ਇਹਦੇ ਨਾਲ ਵਸ ਹੋ ਜਾਂਦਾ ਪਰਮਾਤਮਾ। ਜਿਹਬਾ ਮਣੀਆਂ ਮੰਤ, ਜਿਹੜੀ ਜ਼ੁਬਾਨ ਦੇ ਨਾਲ ਰਸਨਾ ਨਾਲ ਪਰਮੇਸ਼ਰ ਦੀ ਹਰ ਵੇਲੇ ਸਿਫਤ ਸਲਾਹ ਕਰਨੀ, ਉਹਦਾ ਨਾਮ ਲੈ ਕੇ ਸ਼੍ਰੋਮਣੀ ਮੰਤਰ ਹੈ। ਇਸ ਮੰਤਰ ਦੇ ਵਿੱਚ ਉਹ ਵਸ ਹੋ ਜਾਂਦਾ ਹੈ। ਜਿਵੇਂ ਗੁਰਮਤਿ ਵਿੱਚ ਮੰਤਰ ਹੈ ਵੀ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਇਸੇ ਤਰ੍ਹਾਂ ਮੂਲ ਮੰਤਰ, ਮਾਲਾ ਮੰਤਰ, ਜਪਜੀ ਸਾਹਿਬ। ਇਹ ਸ਼੍ਰੋਮਣੀ ਮੰਤਰ ਹੈ ਜਿਹੜਾ ਜੇਬਾਂ ਨਾਲ ਰਸਨਾ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ। ਇਹ ਤਰ੍ਹਾਂ ਭੈਣੇ ਵੇਸ ਕਰ ਇਹ ਜਗਿਆਸੂ ਰੂਪ ਇਸਤਰੀਏ, ਮੁਕਤੀ ਦੀ ਇੱਛਾ ਵਾਲੀਏ। ਜਾਂ ਸ਼ੇਖ ਬ੍ਰਹਮ ਰੂਪੀ ਭੈਣੇ ਇਹ 3 ਵੇਸ ਕਰ, ਇਹ 3 ਮੰਤਰ ਤੰਤਰ ਯੰਤਰ ਧਾਰਨ ਕਰ। ਇਹਦੇ ਨਾਲ ਵਸ ਹੋਏਗਾ ਪਤੀ। ਫਿਰ ਚੌਥਾ ਸੀ ਵੀ ਕਿਹੜਾ ਵੇਸ ਕਰੀਏ ਮਹਾਰਾਜ, ਕਿਹੜੇ ਵੇਸ ਨਾਲ ਵਸ ਹੋਏਗਾ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜੇ ਇਹ 3 ਵੇਸਾਂ ਨਾਲ ਪਰਮੇਸ਼ਰ ਵਸ ਹੋ ਜਾਂਦਾ। ਰੱਖ ਗਰੀਬੀ ਵੇਸ, ਵੇਸ ਗਰੀਬੀ ਦਾ ਰੱਖਣਾ ਹੈ, ਕਿਉਂਕਿ ਵੇਸ ਦਾ ਬੜਾ ਪ੍ਰਭਾਵ ਹੈ। ਜੇ ਲਿਬਾਸ ਚੰਗਾ ਹੋਵੇ ਤਾਂ ਪ੍ਰਭਾਵ ਬਦੋ ਬਦੀ ਪੈ ਜਾਂਦਾ ਹੈ। ਜਿਹੜਾ ਕੋਈ ਲਿਬਾਸ ਹੋ ਜਾ ਹੋਏਗਾ, ਜੇ ਕੋਈ ਜਾਣਦਾ ਹੋਵੇਗਾ ਤਾਂ ਪਛਾਣ ਲਵੇਗਾ, ਪਰ ਜੇ ਕੋਈ ਜਾਣਦਾ ਨਾ ਹੋਇਆ ਤਾਂ ਉਹ ਨਹੀਂ ਜਾਣੇਗਾ ਪਛਾਣੇਗਾ। ਉਹ ਕਹੇਗਾ ਵੀ ਇਹ ਤਾਂ ਨੰਗ ਮਲੰਗੀ ਕੋਈ ਹੈ ਤੁਰਦਾ ਫਿਰਦਾ। ਜਿਵੇਂ ਲਧਾਈਕੇ ਵਾਲੇ ਮਹਾਂਪੁਰਸ਼ ਬੜੇ ਉਹ ਸਾਦੇ ਗਰੀਬੀ ਨਾਲ ਰਹਿੰਦੇ ਸਨ। ਮਾੜੇ ਮੋਟੇ ਵਸਤਰ ਪਾ ਛੱਡਣੇ ਅਤੇ ਢੱਠੀ ਜਿਹੀ ਪੱਗ ਬੰਨ੍ਹ ਛੱਡਣੀ, ਅਤੇ ਉਹ ਪਛਾਣੇ ਨਹੀਂ ਸੀ ਜਾਂਦੇ, ਐਸਾ ਉਹਨਾਂ ਦਾ ਵੇਸ ਸੀ। ਅਤੇ ਜਦੋਂ ਇੱਕ ਵਾਰੀ ਉਹ ਜੋੜ ਸਮਾਗਮ 'ਤੇ ਜੋੜ ਮੇਲੇ 'ਤੇ ਭਿੰਡਰਾਂ ਵਿਖੇ ਚਲੇ ਗਏ। ਜਦੋਂ ਭਿੰਡਰੀ ਗਏ ਤਾਂ ਉੱਥੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਅਤੇ ਜਦੋਂ ਲਧਾਈਕੇ ਵਾਲੇ ਮਹਾਂਪੁਰਸ਼ ਆਪਣਾ ਕਛਹਿਰਾ ਉਸ ਤਾਰ 'ਤੇ ਲੱਗੇ, ਇੱਕ ਪਾਸੇ ਪਾਉਣ ਸੁੱਕਣੇ ਪਾਉਣ ਲੱਗੇ, ਅਤੇ ਜਿਹੜੇ ਦੂਜੇ ਸਿੰਘ ਜਥੇ ਦੇ ਸਿੰਘ ਸੀ ਉਹ ਕਹਿਣ ਲੱਗੇ ਉਹ ਬਾਬਾ ਆ ਕਛਹਿਰਾ ਪਰੇ ਪਾ ਆਪਣਾ। ਉਹ ਆਂਦੇ ਵੀ ਇੱਥੇ ਕੀ ਹੈ? ਕਹਿੰਦੇ ਇੱਥੇ ਸਿੰਘਾਂ ਨੇ ਕਛਹਿਰੇ ਪਾਉਣੇ ਆ। ਆਂਦੇ ਅੱਛਾ ਸਿੰਘਾਂ ਨੇ ਪਾਉਣੇ ਆ। ਉਹ ਜਿਹੜੇ ਪਛਾਣਦੇ ਸਨ ਅਤੇ ਉਹ ਕਹਿਣ ਲੱਗੇ ਉਹ ਕਿਉਂ ਕਹਿੰਦਾ ਇਹਨਾਂ ਨੂੰ? ਅਤੇ ਇਹ ਸਿੰਘ ਕਹਿੰਦਾ ਵੀ ਕਿਉਂ? ਕਹਿੰਦਾ ਇਹ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਵਿਦਿਆਰਥੀ ਹੈ, ਸੰਤ ਲਧਾਈਕੇ ਵਾਲੇ। ਐਵੇਂ ਨਾ ਕੁਝ ਕਹਿ ਸੰਤ ਤੈਨੂੰ ਦਵਲ ਦੇਣਗੇ, ਇੱਥੋਂ ਬਾਅਦ ਵਿੱਚ ਭਜਾ ਦੇਣਗੇ। ਜਦੋਂ ਉਹਨੂੰ ਪਤਾ ਲੱਗਾ ਫਿਰ ਉਹ ਕਹਿਣ ਲੱਗਾ ਵੀ ਇਹ ਤਾਂ ਪੱਗ ਢੱਠੀ ਜਿਹੀ ਬੰਨੀ ਹੋਈ ਹੈ, ਵਸਤਰ ਵੀ ਕੱਪੜੇ ਵੀ ਉਹੋ ਜਿਹੇ ਪਹਿਨੇ ਹੋਏ, ਪਤਾ ਕਿਵੇਂ ਲੱਗੇ? ਉਹਨਾਂ ਦੱਸਿਆ ਵੀ ਇਹ ਤਾਂ ਇਵੇਂ ਹੈ ਵੀ ਨਾਮ ਵਿੱਚ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗੁਰੂ ਸਾਹਿਬ ਦੇ ਜਿਹੜੇ ਬਚਨ ਹੈ ਨਾ ਉਹਨਾਂ ਕਰਕੇ ਸਾਦੇ ਰਹਿੰਦੇ ਆ। ਵੈਸੇ ਵੀ ਪਰਮੇਸ਼ਰ ਨੂੰ ਪਾਉਣ ਦੇ ਸੰਬੰਧ ਵਿੱਚ ਤਾਂ ਸਾਦਾ ਹੀ ਲਿਬਾਸ ਹੈ। ਸਾਦੇ ਲਿਬਾਸ ਨਾਲ ਪਰਮੇਸ਼ਰ ਵਸ ਹੁੰਦਾ ਹੈ। ਅਤੇ ਇਹ ਸਤਿਗੁਰੂ ਜੀ ਨੇ ਫਿਰ ਵੀ ਤਾਂ ਵਸ ਆਵੇ ਕੰਤ, ਤਾਂ ਵਸ ਵਿੱਚ ਕੰਤ ਪਰਮਾਤਮਾ ਹੁੰਦਾ ਹੈ। ਤਦੋਂ ਉਹਦੀ ਨਜ਼ਰ ਜਿਹੜੀ ਹੋ ਜਾਂਦੀ ਹੈ। ਜਦੋਂ ਮਹਾਰਾਜ ਨੇ ਨਜ਼ਰ ਦੀ ਗੱਲ ਕੀਤੀ ਕਿ ਉਹਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਕਹਿਣ ਲੱਗੇ ਮਹਾਰਾਜ ਤੁਸਾਂ ਨੇ ਦੁਬਿਧਾ ਵਿੱਚ ਪਾ ਦਿੱਤਾ ਹੈ। ਪਹਿਲਾਂ ਸਾਰੇ ਬਚਨ ਸਹੀ ਕੀਤੇ ਆ, ਤੁਸੀਂ ਦੱਸੋ ਵੀ ਉਹਦੀ ਸੇਵਾ ਕਰਨੇ ਕਰਕੇ ਨਜ਼ਰ ਮਿਹਰ ਹੁੰਦੀ ਹੈ ਕਿ ਜਾਂ ਉਹਦੀ ਨਜ਼ਰ ਹੋਵੇ ਤਾਂ ਸੇਵਾ ਹੁੰਦੀ ਹੈ? ਅਤੇ ਗੁਰੂ ਸਾਹਿਬ ਜੀ ਨੇ ਫਿਰ ਉਚਾਰਨ ਕੀਤਾ ਸ਼ਲੋਕ, ਸੇਵਾ ਕਰੇ ਜੋ ਕੰਤ ਕੀ, ਕੰਤ ਤਿਸੀ ਕਾ ਹੋਏ।
ਸ਼ੇਖ ਬ੍ਰਹਮ ਜੀ ਜਿਹੜਾ ਸੇਵਾ ਉਸ ਪਰਮੇਸ਼ਰ ਦੀ ਕਰਦਾ ਹੈ ਨਾ, ਉਹਦਾ ਹੀ ਉਹ ਮਾਲਕ ਹੋ ਜਾਂਦਾ ਹੈ। ਭਾਵ ਸੇਵਾ ਤੇ ਉਹਦੀ ਨਜ਼ਰ ਹੁੰਦੀ ਹੈ, ਨਜ਼ਰ ਨਾਲ ਸੇਵਾ ਨਹੀਂ, ਉਹਦੀ ਸੇਵਾ ਤੇ ਨਜ਼ਰ ਹੁੰਦੀ ਹੈ। ਗਰਭੇ ਕੰਤਨਾ ਪਾਈ ਹੈ, ਪਰ ਹੰਕਾਰ ਨਾਲ ਕੀਤੀ ਹੋਈ ਸੇਵਾ ਜਾਂ ਹੰਕਾਰ ਕਰਕੇ ਪਤੀ ਨੂੰ ਨਹੀਂ ਪਾਈਦਾ, ਭਾਵੇਂ ਖਰੀ ਸਵਾਲਿਓ ਹੋਏ, ਭਾਵੇਂ ਕਿੰਨੀ ਵੀ ਚੰਗੀ ਸੁੰਦਰ ਹੋਵੇ, ਨੈ ਨਕਸ਼ਾਂ ਗੁਣਾ ਰੂਪੀ ਸੁੰਦਰਤਾਈ ਹੋਏ, ਹੰਕਾਰ ਕਰਕੇ ਨਹੀਂ ਉਹ ਪਾ ਸਕਦੀ। ਫਿਰ ਇਹ ਕੁਝ ਸੁਣ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕਿਆ, ਚਰਨਾਂ 'ਤੇ ਹੱਥ ਲਾ ਕੇ ਮੂੰਹ 'ਤੇ, ਮਸਤਕ 'ਤੇ, ਮੁੱਖ 'ਤੇ, ਸਰੀਰ 'ਤੇ ਸਾਰੇ ਸੀਸ 'ਤੇ ਹੱਥ ਲਾਏ ਹੈ। ਕਿਹਾ ਮਹਾਰਾਜ ਮੈਂ ਧੰਨ ਹੋ ਗਿਆ, ਆਪਦੇ ਖੁਦਾ ਰੂਪ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਮੇਰੇ ਕੋਲ ਗਲਤੀ ਹੋ ਗਈ ਹੈ ਮਹਾਰਾਜ। ਕਿੰਨੇ ਜਿਹੜੇ ਨਾ ਤੁਹਾਡੇ ਅੱਗੇ ਵਾਧੂ ਬਚਨ ਬੋਲਦੇ ਰਹੇ, ਗਿਆਨ ਦੀ ਚਰਚਾ ਤੁਹਾਡੇ ਨਾਲ ਕਰਦੇ ਰਹੇ, ਗਲਤੀ ਹੋ ਗਈ, ਮਾਫ਼ ਕਰੋ ਆਪ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਵੇਖੋ ਸ਼ੇਖ ਬ੍ਰਹਮ ਜੀ, ਅਸੀਂ ਤੁਹਾਡੇ ਨਾਲ ਨਾਰਾਜ਼ ਥੋੜ੍ਹੀ, ਗੁੱਸੇ ਥੋੜ੍ਹੀ ਹਾਂ। ਉਹ ਤਾਂ ਜਿਹੜੇ ਰੱਬ ਦੇ ਪਿਆਰੇ ਹੈ, ਗਿਆਨ ਚਰਚਾ ਜਿੱਥੇ ਕਰਨ ਉੱਥੇ ਕਰਨੀ ਚਾਹੀਦੀ ਹੈ। ਤੁਸੀਂ ਸਾਨੂੰ ਜੇ ਹੋਰ ਪੁੱਛੋਗੇ ਉਹ ਵੀ ਅਸੀਂ ਦੱਸਾਂਗੇ। ਅਤੇ ਸਾਡੀ ਤਾਂ ਤੁਹਾਡੇ ਨਾਲ ਇਵੇਂ ਦੋਸਤੀ ਹੈ, ਭਗਤਾਂ ਦੀ, ਪਰਮੇਸ਼ਰ ਦੀ ਚਰਚਾ ਕਰਨ ਵਾਲਿਆਂ ਦੇ ਨਾਲ ਐਸੀ ਦੋਸਤੀ ਮਿੱਤਰਤਾ ਹੀ ਹੁੰਦੀ ਹੈ। ਫਿਰ ਉਹ ਸ਼ਬਦ ਰਾਹੀਂ ਦੱਸਿਆ, ਰੂਪੈ ਕਾਮੈ ਦੋਸਤੀ, ਭੁੱਖੈ ਸਾਧੈ ਗੰਢ, ਲੱਭੈ ਮਾਲੈ ਘੋਲ ਮਿਲ ਮਿਚਲ, ਊਂਘੈ ਸੌੜ ਪਲੰਗ, ਭੌਂਕੈ ਕੋਪ ਖੁਆਰ ਹੋਏ, ਫੱਕੜ ਪਿੱਟੈ ਅੰਧ, ਚੁੱਪੈ ਚੰਗਾ ਨਾਨਕਾ, ਵਿੜ ਨਾਵੈ ਮੋਹਿ ਗੰਧ। ਜਿਵੇਂ ਕਹਿੰਦੇ ਇਹਨਾਂ ਦੀ ਦੋਸਤੀ ਹੈ ਨਾ ਆਪੋ ਵਿੱਚ ਹੀ, ਕਾਮੀ ਦੀ ਕਾਮਣ ਨਾਲ, ਭੁੱਖੇ ਦੀ ਸਵਾਦੀ ਭੋਜਨ ਨਾਲ, ਲੱਭੀ ਦੀ ਮਾਲ ਧਨ ਨਾਲ, ਨੀਂਦਰਾਵਲੇ ਦੀ ਸੋਹਣੀ ਵਿਛਾਈ ਵਾਲੇ ਪਲੰਘ ਨਾਲ। ਐਵੇਂ ਸਾਡੀ ਪ੍ਰੀਤੀ ਹੈ ਤੁਹਾਡੇ ਨਾਲ। ਜਿਹੜੇ ਪਰਮੇਸ਼ਰ ਦੇ ਨਾਮ ਦੀ ਚਰਚਾ ਕਰਦੇ ਹੈ, ਸਿਫਤ ਸਲਾਹ ਕਰਦੇ, ਉਹਨਾਂ ਨਾਲ ਸਾਡੀ ਪ੍ਰੀਤੀ ਹੈ। ਇਉਂ ਸਤਿਗੁਰੂ ਜੀ ਨੇ ਜਦੋਂ ਕਿਰਪਾ ਕੀਤੀ, ਸ਼ੇਖ ਬ੍ਰਹਮ ਜੀ ਬੜੇ ਪ੍ਰਸੰਨ ਖੁਸ਼ ਹੋਏ। ਇਵੇਂ ਸਾਧ ਸੰਗਤ ਜੀ ਜੋ ਸ਼ੇਖ ਬ੍ਰਹਮ ਜੀ ਨਾਲ ਗੁਰੂ ਜੀ ਦੇ ਬਚਨ ਵਿਲਾਸ ਹੋਏ ਹੈ, ਅਤੇ ਉਹ ਸਾਰੇ ਜਿਹੜੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਲੋਕ ਅੰਕਿਤ ਹੈ, ਸ਼ਬਦ ਅੰਕਿਤ ਹੈ। ਇਸੇ ਤਰ੍ਹਾਂ ਆਸਾ ਦੀ ਵਾਰ ਵਿੱਚ ਕੁਝ ਜਿਹੜੀਆਂ ਪੌੜੀਆਂ, ਪਹਿਲੀਆਂ ਪੌੜੀਆਂ ਦੇ ਸਮੇਤ ਜਿਹੜੇ ਸ਼ਲੋਕ ਹੈ, ਉਹ ਸ਼ੇਖ ਬ੍ਰਹਮ ਜੀ ਨਾਲ ਜਿਹੜੇ ਬਚਨ ਵਿਲਾਸ ਗਿਆਨ ਚਰਚਾ ਹੋਈ, ਅਤੇ ਉਹ ਗੁਰਬਾਣੀ ਵਿੱਚ ਸਭ ਹੈ। ਕਵੀ ਜੀ ਨੇ ਇੱਥੇ ਸੰਖੇਪ ਦੇ ਵਿੱਚ ਪ੍ਰਸੰਗ ਲਿਖਿਆ ਹੈ, ਜੇ ਸਾਰਾ ਕਹਿੰਦੇ ਲਿਖਦੇ ਤਾਂ ਬਹੁਤ ਵੱਧ ਜਾਣਾ ਸੀ। ਇਵੇਂ ਸਾਧ ਸੰਗਤ ਜੀ ਪ੍ਰਸੰਗ ਆਪਾਂ ਵਿਸਥਾਰ ਨਾਲ ਸਰਵਣ ਕੀਤਾ। ਅੱਗੇ ਅੱਗੇ ਜਿਵੇਂ ਗੁਰੂ ਮਹਾਰਾਜ ਜੀ ਬਗਦਾਦ ਵਿਖੇ ਗਏ, ਜਿਵੇਂ ਜਲਾਲਦੀਨ ਪੀਰ ਬੜੀਆਂ ਸ਼ਕਤੀਆਂ ਵਿੱਚ ਮਾਹਰ ਸਨ, ਤਗੜੇ ਸਨ, ਅਤੇ ਉਹਨਾਂ ਨੂੰ ਗੁਰੂ ਜੀ ਨੇ ਸਿੱਧੇ ਰਾਹ ਪਾਇਆ ਵੀ ਬੇਮੁਖਤਾਈ ਤੋਂ ਢਾਇਆ, ਭਾਵੇਂ ਸ਼ਕਤੀ ਸੀ। ਇਸੇ ਤਰ੍ਹਾਂ ਦਸਤਗੀਰ ਪੀਰ ਵਿੱਚ ਵੀ ਬਹੁਤ ਸ਼ਕਤੀ ਸੀ। ਇਹ ਸਾਧ ਸੰਗਤ ਜੇ ਖਾਮੀ ਹੁੰਦੀ, ਕਚਿਆਈ ਹੁੰਦੀ, ਇਹ ਕਚਿਆਈ ਹੁੰਦੀ, ਕਮੀ ਹੁੰਦੀ ਹੈ ਵੀ ਜਿਹੜਾ ਅੰਦਰ ਆਪਣੇ ਕੁਝ ਹੋਣਾ ਤੇ ਉਹਨੂੰ ਜਨਾਉਣਾ। ਇੱਕ ਅਧਿਆਤਮਵਾਦੀ ਹੁੰਦੇ ਆ ਜਿਹੜੇ ਕਿ ਉਹਨਾਂ 'ਚ ਕਿੰਨੀ ਵੀ ਉਹ ਤਾਕਤ ਹੋਵੇ, ਕਿੰਨੀ ਵੀ ਉਹਨਾਂ 'ਚ ਤਾਕਤ ਹੋਵੇ ਅਤੇ ਉਹ ਸ਼ਾਂਤ ਰਹਿੰਦੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਜਾਂਦੇ ਉਹ ਕਹਿੰਦੇ ਸ਼ਕਤੀ ਵਿਖਾਓ, ਮਹਾਰਾਜ ਕਹਿੰਦੇ ਸਾਨੂੰ ਭਾਈ ਸ਼ਕਤੀ ਸਾਡੇ ਕੋਲ ਹੈਗੀ ਨਹੀਂ। ਇੱਕ ਉਹ ਹੁੰਦੇ ਆ ਵੀ ਜਿਹੜੇ ਚਾਟੀ ਜੋ ਆਪਣੇ ਅੰਦਰ ਕੁਝ ਹੈਗਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ, ਇਹ ਕਚਿਆਈ ਹੁੰਦੀ ਹੈ। ਜਿਹੜੇ ਗੁਰਮੁਖ ਹੈ ਅਤੇ ਅਧਿਆਤਮਵਾਦੀ ਹੈ, ਪਰਮੇਸ਼ਰ ਦੇ ਪਿਆਰੇ ਸੱਚੇ ਸੁੱਚੇ ਭਗਤ, ਸੱਚੇ ਪੈਗੰਬਰ ਪੀਰ, ਉਹ ਆਪਣੀ ਤਾਕਤ ਜ਼ਾਹਰ ਨਹੀਂ ਕਰਦੇ, ਕਿਉਂਕਿ ਅਜਰ ਨੂੰ ਜਰਨਾ ਬੜੀ ਵੱਡੀ ਗੱਲ ਹੈ। ਜਲਾਲਦੀਨ ਪੀਰ 'ਚ ਵੀ ਐਸੀ ਸ਼ਕਤੀ ਸੀ, ਉਹ ਵੀ ਅਜਰ ਨੂੰ ਨਹੀਂ ਸੀ ਜਰਦੇ, ਉਹ ਝੱਟ ਹੀ ਖੁਦਾ ਨੂੰ ਕਹਿ ਕੇ ਉਹ ਕੰਮ ਕਰਵਾ ਦਿੰਦੇ ਸਨ, ਮਹਾਰਾਜ ਐਵੇਂ ਨਾ ਕਰੋ। ਇਸੇ ਤਰ੍ਹਾਂ ਦਸਤਗੀਰ ਪੀਰ ਵਿੱਚ ਬੜੀ ਤਾਕਤ ਸੀ,
ਤੇ ਇਹਨਾਂ ਦੀ ਜਿਵੇਂ ਵੱਡੀ ਤਾਕਤ ਨੂੰ ਸਤਿਗੁਰ ਜੀ ਜਿਹੜਾ ਇਹਨਾਂ ਨੂੰ ਹੰਕਾਰ ਸੀ ਉਹ ਨਾਸ ਕਰਨ ਵਾਸਤੇ ਬਗਦਾਦ ਵਿੱਚ ਗਏ। ਉਹ ਪ੍ਰਸੰਗ ਅੱਜ ਵਿਸਥਾਰ ਨਾਲ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਰਸਨ ਤੇ ਰਸ ਭਲਾ। ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਮੰਗਲ ਕਰ ਰਹੇ ਹੈ। ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰੂ ਮੁਖ ਤੋਂ ਨਾਮ ਸੁਣ ਕੇ ਜਿਹੜਾ ਨਾਮ ਜਪਣ ਦਾ ਫਲ ਹੈ, ਭਾਵ ਗੁਰਮੁਖ ਧਾਈ ਧਾਰਨ ਕਰਕੇ, ਗੁਰਮਤਿ ਧਾਰਨ ਕਰਕੇ ਉਸ ਨਾਮ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਸਭ ਰਸਨ ਤੇ ਰਸ ਭਲਾ, ਸਾਧ ਲੈ ਜੋ ਕੋਏ। ਅਰਥ ਵਾਸਤੇ ਇੱਥੋਂ ਸ਼ੁਰੂ ਕਰਨਾ, ਸਾਧ ਲੈ ਜੋ ਕੋਏ। ਕਹਿੰਦੇ ਹੈ ਵੀ ਜੇ ਕੋਈ ਭਾਈ ਬਹੁਤ ਮਹਾਨ ਸਵਾਦ ਲੈਣਾ ਚਾਹੁੰਦਾ ਹੈ, ਜੇ ਲੈਣਾ ਚਾਹੇ ਮਹਾਨ ਸਵਾਦ, ਕਿਉਂਕਿ ਸਵਾਦ ਤਾਂ ਮਨੁੱਖ ਨੂੰ ਬਹੁਤ ਲੱਗੇ ਅਤੇ ਚਾਹੁੰਦਾ ਵੀ ਹੈ, ਅਤੇ ਸਾਰੇ ਰਸਾਂ ਤੋਂ ਰਸ ਭਲਾ, ਸਾਰਿਆਂ ਹੀ ਰਸਾਂ ਤੋਂ ਇਹ ਰਸ ਭਲਾ ਹੈ। ਉਂਝ ਤੇ ਗੁਰਬਾਣੀ ਵਿੱਚ ਗੁਰੂ ਜੀ ਨੇ ਕਿਹਾ ਹੈ ਕਿ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਵੀ ਰਸ ਤੇ ਮਨੁੱਖ ਨੂੰ ਬਹੁਤ ਸਵਾਦ ਲੱਗੇ ਇਹਨਾਂ ਚੀਜ਼ਾਂ ਦੇ, ਪਰ ਕਹਿੰਦੇ ਆ ਵੀ ਇੱਕ ਤੇ ਰਾਮ ਰਸ ਹੈ, ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਰਸ ਪੀਤਾ ਹੈ, ਅਸਲੀ ਸਵਾਦ ਲਿਆ ਹੈ, ਉਹ ਸਭ ਤੋਂ ਉੱਤਮ ਰਸ ਹੈ, ਮਹਾ ਆਨੰਦ ਰਸ ਹੈ। ਉਹਨਾਂ ਦੇ ਜਿਹ ਰਸ, ਪਰਮੇਸ਼ਰ ਦੇ ਰਸ, ਇਸ ਰਸ ਨੂੰ ਪੀਣੇ ਕਰਕੇ ਬਿਸਰ ਗਏ ਰਸ ਔਰ। ਵਿਸ਼ਿਆਂ ਦੇ ਆਨੰਦ, ਵਿਕਾਰਾਂ ਦੇ ਆਨੰਦ ਰਸ, ਇਹ ਸਾਰੇ ਖਾਣ ਪੀਣ ਦੇ, ਪਾਉਣ ਹੰਡਾਉਣ ਦੇ ਰਸ ਉਹਨਾਂ ਦੇ ਨਿਵਰਤ ਹੋ ਗਏ। ਕਹਿੰਦੇ ਵੀ ਜੇ ਕੋਈ ਸਵਾਦ ਲੈਣਾ ਚਾਹੁੰਦਾ ਹੈ ਅਤੇ ਸਾਰੇ ਰਸਾਂ ਵਿੱਚੋਂ ਭਾਈ ਉਹ ਰਸ ਭਲਾ ਹੈ। ਜਾਂ ਇਸੇ ਤਰ੍ਹਾਂ ਵੀ ਜੇ ਕਿਸੇ ਨੂੰ ਸਵਾਦ ਲੈਣ ਦਾ ਭਾਈ ਚਸਕਾ ਹੋਵੇ ਤਾਂ ਸਾਰਿਆਂ ਰਸਾਂ ਤੋਂ ਭਲਾ ਇਹ ਰਸ ਹੈ। ਉਹ ਕਿਹੜਾ ਰਸ ਅੱਗੇ ਦੱਸ ਰਹੇ ਹਨ। ਸ੍ਰੀ ਗੁਰਮੁਖ ਤੇ ਨਾਮ ਸੁਨਾ। ਭਾਈ ਜੋ ਗੁਰੂ ਹੈ ਨਾ, ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ, ਦਸੇ ਗੁਰੂ ਸਾਹਿਬਾਨ, ਸੋਭਾ ਵਾਲੇ ਗੁਰੂ ਤੋਂ, ਸ਼੍ਰੋਮਣੀ ਗੁਰੂ ਦੇ ਮੁਖ ਤੋਂ ਨਾਮ ਸੁਣ, ਗੁਰੂ ਮੁਖ ਤੋਂ ਨਾਮ ਲੈ ਮਨਾ। ਜਪ ਹੈ ਸਦਾ ਸੁਖ ਹੋਏ। ਗੁਰੂ ਮੁਖ ਤੋਂ ਨਾਮ ਲੈ ਕੇ ਤੇ ਨਾਮ ਸੁਣ ਕੇ ਤੇ ਸਦਾ ਜਪੇ, ਜਿਸ ਕਰਕੇ ਸਦਾ ਹੀ ਸੁਖ ਹੋਏਗਾ। ਸਦਾ ਹੀ ਜਪੇ, ਇੱਕ ਦਿਨ ਨਹੀਂ, 2 ਦਿਨ ਨਹੀਂ, 2 ਵਾਰ ਨਹੀਂ, 10 ਵਾਰ ਨਹੀਂ, ਕੋਈ ਗਿਣਤੀ ਦੀਆਂ ਮਾਲਾ ਕਰਕੇ ਨਹੀਂ ਵੀ ਇੰਨਾ ਹੀ ਜਪਣਾ ਹੈ। ਸਦਾ ਹੀ ਜਪੇ, ਜਿਸ ਕਰਕੇ ਉਹਨੂੰ ਸਵਾਦ ਆਏਗਾ, ਇਹ ਮਹਾਰਸ ਆਏਗਾ, ਮਹਾਰਸ ਆਨੰਦ ਰਸ ਆਏਗਾ, ਅਤੇ ਉਸ ਸਵਾਦ ਦੇ ਨਾਲ ਨਾਲ ਸੁੱਖ ਵੀ ਪ੍ਰਾਪਤ ਹੋਏਗਾ। ਇੱਕ ਤਾਂ ਵਿਸ਼ੇ ਆਨੰਦ ਹੈ ਨਾ, ਜਿਹੜੇ ਭੋਗ ਕਰਦੇ ਹਾਂ, ਉਹ ਭੋਗਣ ਕਰਕੇ ਕੀ ਬਿਮਾਰੀਆਂ ਲੱਗ ਜਾਂਦੀਆਂ ਸਰੀਰ ਨੂੰ। ਪਹਿਲਾਂ ਸੁੱਖ ਲੈ ਲਿਆ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੈ, ਉਹ ਵਿਸ਼ੇ ਆਨੰਦ ਹੈ, ਵਿਸ਼ੇ ਰਸ ਹੈ।
ਤੇ ਫਿਰ ਦੁੱਖ ਪਾਲਿਆ ਬੜਾ, ਬਿਮਾਰੀ ਲੱਗ ਗਈ, ਉਹ ਰਸ ਸੁੱਖ ਨਹੀਂ ਦਿੰਦਾ। ਖਾਣ ਦਾ ਰਸ, ਕਈ ਰਸ ਕਸ ਕੱਢ ਕੇ ਬੜੇ ਛਕਦੇ ਆ। ਮਿੱਠੇ ਦਾ ਰਸ ਹੈ, ਮਿੱਠਾ ਬਹੁਤਾ ਲੋਕ ਖਾ ਲੈਂਦੇ, ਰਸ ਕਰਕੇ ਸੁੱਖ ਮੰਨਦੇ ਹੈ, ਤੋ ਸੁੱਖ ਨਹੀਂ, ਉਹ ਦੁੱਖ ਰੂਪ ਹੋ ਜਾਂਦਾ, ਬਾਅਦ ਵਿੱਚ ਸ਼ੂਗਰ ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਰਸ ਇੱਕ ਕਸ ਹੁੰਦੇ ਜਿਹੜੇ ਖਿੱਚ ਕੇ ਕੱਢਣ ਵਾਲੇ, ਅਰਕ ਕੱਢ ਕੇ ਕਿੱਕਰਾਂ ਦੇ ਸੱਕਾਂ ਦੇ ਆਦਿ ਸ਼ਰਾਬ ਪੀਣੀ, ਉਹ ਵੀ ਤਾਂ ਇੱਕ ਰਸ ਕਸ ਹੈ ਨਾ। ਸ਼ਰਾਬ ਦਾ ਰਸ ਲੈਣਾ, ਫਿਰ ਲੈ ਲੈਣਾ, ਫਿਰ ਫੇਫੜੇ ਸੜ ਜਾਣੇ, ਮਿਰਗੀ ਪੈਣੀ, ਖੂਨ ਆਉਣਾ ਉਲਟੀਆਂ ਰਾਹੀਂ, ਉਹ ਸ਼ਰਾਬ ਦਾ ਰਸ ਲਿਆ ਤੇ ਉਹ ਵੀ ਦੁੱਖ ਰੂਪ ਹੋ ਜਾਂਦਾ ਹੈ। ਇਵੇਂ ਇਹ ਸਤਿਗੁਰੂ ਜੀ ਕਹਿੰਦੇ ਜਿਹੜੇ ਸਾਰੇ ਰਸ ਹੈ ਨਾ ਭਾਈ, ਸੰਸਾਰੀ ਵਿਸ਼ੇ ਆਨੰਦ ਦਾ ਰਸ, ਖਾਣ ਪੀਣ ਦੇ ਰਸ, ਪਾਉਣ ਦੇ ਰਸ, ਹੰਡਾਉਣ ਦੇ ਰਸ, ਰੂਪ ਦੇ ਰਸ, ਕੰਨਾਂ ਦੇ ਰਸ, ਸਾਰਿਆਂ ਰਸਾਂ ਤੋਂ ਚੰਗਾ ਇਹ ਰਸ ਹੈ। ਜੇ ਕੋਈ ਸਵਾਦ ਲੈਣਾ ਚਾਹੁੰਦਾ ਹੈ, ਉਹ ਕੀ ਹੈ ਕਿ ਸ਼੍ਰੋਮਣੀ ਗੁਰੂ, ਗੁਰੂ ਮਹਾਰਾਜ ਸੱਚੇ ਗੁਰੂ ਤੋਂ ਮੁਖ ਤੋਂ ਨਾਮ ਸੁਣ ਕੇ ਵਾਹਿਗੁਰੂ ਨਾਮ ਸਦਾ ਹੀ ਉਹਨੂੰ ਜਪੇ, ਜਿਸ ਕਰਕੇ ਸੁੱਖ ਵੀ ਪ੍ਰਾਪਤ ਹੋਏਗਾ ਅਤੇ ਸਵਾਦ ਵੀ ਆਏਗਾ, ਆਤਮਿਕ ਰਸ ਦਾ ਆਨੰਦ ਆਏਗਾ। ਜਦੋਂ ਕਿ ਰਾਜੇ ਪਾਸ ਹੁਣ ਸਾਰੇ ਰਸ ਹੁੰਦੇ ਹੈ, ਉਹਦੀਆਂ ਰਾਣੀਆਂ ਹੁੰਦੀਆਂ ਵਿਸ਼ੇ ਆਨੰਦ ਵਾਸਤੇ, ਖਾਣ ਪੀਣ ਨੂੰ ਉਹਨੂੰ ਕੋਈ ਕਮੀ ਨਹੀਂ ਹੁੰਦੀ, ਪਾਉਣ ਦੀਆਂ ਪੁਸ਼ਾਕਾਂ ਪਾਉਣ ਦੀ ਕੋਈ ਕਮੀ ਨਹੀਂ ਹੈ, ਸਭ ਕੁਝ ਉਹਦੇ ਕੋਲ ਹੁੰਦਾ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਹ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ, ਜੇ ਬਣ ਜਾਵੇ ਨਾ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹ ਵੀ ਦੁਖੀ ਹੈ, ਜਾਂ ਸਾਰੀ ਸ੍ਰਿਸ਼ਟੀ ਦੇ ਜਿੰਨੇ ਰਾਜੇ ਉਹ ਵੀ ਦੁਖੀ ਹੈ। ਸਾਰੇ ਰਸ ਕਸ ਜਦੋਂ ਕਿ ਮਾਣਦੇ ਹੈ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਪਰਮੇਸ਼ਰ ਦਾ ਨਾਮ ਜਪ ਲੈਂਦੇ ਜਦੋਂ, ਫਿਰ ਉਹ ਸੁਖੀ ਹੁੰਦੇ, ਫਿਰ ਸੁਖੀ ਹੋਈਦਾ ਹੈ। ਇਵੇਂ ਗੁਰੂ ਮੁਖ ਤੋਂ ਭਾਈ ਨਾਮ ਸੁਣ ਕੇ, ਭਾਵ ਗੁਰੂ ਤੋਂ ਲਈਏ ਨਾਮ, ਆਪਣੇ ਆਪ ਨਾ ਜਪੀਏ। ਆ ਕਈ ਕਹਿ ਦਿੰਦੇ ਨਾ ਜੀ ਚਲੋ ਅੰਮ੍ਰਿਤ ਛਕਣਾ ਕੋਈ ਬਹੁਤਾ ਜ਼ਰੂਰੀ ਹੈ, ਬਾਣੀ ਪੜ੍ਹਨੀ ਹੈ ਨਾ, ਨਾਮ ਹੀ ਜਪਣਾ ਹੈ ਨਾ। ਅਸੀਂ ਵੀ ਜਪਦੇ ਹੀ ਹਾਂ, ਅਸੀਂ ਵੀ ਨਾਮ ਜਪਦੇ ਹਾਂ, ਅਸੀਂ ਵੀ ਗੁਰਬਾਣੀ ਪੜ੍ਹਦੇ ਹਾਂ। ਕਿ ਅੰਮ੍ਰਿਤ ਛਕਿਆ ਕੋਈ ਬਹੁਤੀ ਗੁਰਬਾਣੀ ਪੜ੍ਹੀ ਜਾਂਦੀ ਹੈ, ਕਿ ਬਹੁਤਾ ਨਾਮ ਜਪਿਆ ਜਾਂਦਾ ਹੈ। ਅਸੀਂ ਵੀ ਸਿੱਖ ਹਾਂ, ਉਹ ਵੀ ਸਿੱਖ ਹੈ, ਸਾਡੇ 'ਚ ਫਰਕ ਕੀ ਹੈ? ਪਰ ਉਹ ਤਾਂ ਸਾਧ ਸੰਗਤ ਜੀ ਇਵੇਂ ਹੈ, ਜਿਵੇਂ ਕੋਈ ਫੌਜ 'ਚ ਭਰਤੀ 'ਤੇ ਹੋਵੇ ਕੋਈ ਨਾ, ਦਫ਼ਤਰ 'ਚ ਉੱਥੇ ਨਾਮ ਹੋਵੇ ਕੋਈ ਨਾ, ਐਵੇਂ ਲੋਕਾਂ ਵਿੱਚ ਰੌਲਾ ਪਾਈ ਜਾਵੇ ਮੈਂ ਫੌਜੀ ਹਾਂ, ਮੈਂ ਫੌਜੀ ਹਾਂ, ਮੈਂ ਫੌਜੀ ਹਾਂ। ਚਲੋ ਜੇ ਉਹ ਮੂੰਹ ਨਾਲ ਬਣ ਵੀ ਗਿਆ ਹੈ, ਅਤੇ ਪਰ ਜੋ ਸਹੂਲਤਾਂ ਫੌਜੀ ਨੂੰ ਹੈ ਕਿ ਜਿੱਧਰ ਵੀ ਕਿਤੇ ਦੂਸਰੀ ਯੂਨਿਟ ਜਾਂਦੀ, ਗੱਡੀਆਂ ਵਿੱਚ ਬਿਠਾ ਕੇ ਖੜ੍ਹਦੇ ਹੈ, ਉਹਨੂੰ ਗਨ ਪਿਸਤੌਲ ਦਿੱਤੀ, ਵਰਦੀ ਦਿੱਤੀ, ਮਹੀਨੇ ਬਾਅਦ ਤਨਖਾਹ ਮਿਲਦੀ ਹੈ, ਅਤੇ ਉਹ ਸਹੂਲਤ ਤਾਂ ਨਹੀਂ ਨਾ ਉਹਨੂੰ ਮਿਲ ਜਾਣੀ ਜਿਹੜਾ ਆਪਣੇ ਕੋਲੋਂ ਕਹੀ ਜਾਵੇ ਮੈਂ ਫੌਜੀ ਹਾਂ। ਉਹਨੂੰ ਤਾਂ ਨਹੀਂ ਨਾ ਉਹ ਮਿਲਣੀ ਉਹ ਸਹੂਲਤ। ਉਹ ਫੌਜੀ ਨੂੰ ਤਾਂ ਜਿਹੜੀ ਕੋਈ ਤੰਗੀ ਆਏਗੀ ਉਹ ਸਰਕਾਰ ਵੇਖੇਗੀ। ਇਸੇ ਤਰ੍ਹਾਂ ਹੀ ਉਹ ਜਦੋਂ ਰਿਟਾਇਰਮੈਂਟ ਹੋਏਗੀ, ਉਹਦਾ ਫੰਡ PF ਆਦਿ ਆਊਗਾ। ਇੱਧਰ ਜਿਹੜਾ ਆਪਣੇ ਕੋਲੋਂ ਕਹੀ ਜਾਣ ਡਿਆ ਵੀ ਮੈਂ ਫੌਜੀ ਹਾਂ, ਅਤੇ ਉਹਨੂੰ ਕੀ ਮਿਲਣਾ? ਨਾ ਉਹਨੂੰ ਮਹੀਨੇ ਬਾਅਦ ਤਨਖਾਹ ਆਉਣੀ ਹੈ, ਨਾ ਉਹਨੂੰ ਕਿਸੇ ਨੇ ਪੁੱਛਣਾ ਹੀ ਹੈ, ਨਾ ਤਾਂ ਸਰਕਾਰੀ ਬੰਦਾ, ਨਾ ਉਹਦਾ ਆਇਡੈਂਟੀ ਕਾਰਡ ਕੋਈ ਹੈਗਾ। ਇਵੇਂ ਜਿਹੜੇ ਗੁਰੂ ਧਾਰਨ ਕਰਨ ਤੋਂ ਬਿਨਾਂ ਹੀ ਕਹਿੰਦੇ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਉਹੋ ਹੀ ਹੈ ਜਿਨ੍ਹਾਂ ਦਾ ਆਇਡੈਂਟੀ ਕਾਰਡ ਕੋਈ ਨਹੀਂ ਬਣਿਆ। ਜਿਵੇਂ ਉਹ ਇਸ ਦੁਨਿਆਵੀ ਪ੍ਰਮਾਣ ਹੈ ਵੀ ਜਿਵੇਂ ਫੌਜੀ ਨੂੰ ਰਿਟਾਇਰਮੈਂਟ ਹੋਇਆ PF ਫੰਡ ਆਦਿ ਮਿਲਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਗੁਰੂ ਮੁਖ ਤੋਂ ਨਾਮ ਲੈ ਸੁਣ ਕੇ ਜਪਦੇ ਹੈ ਨਾ, ਗੁਰਮਤਿ ਦੇ ਧਾਰਨੀ ਹੋ ਕੇ, ਗੁਰੂ ਵਾਲੇ ਬਣ ਕੇ, ਫਿਰ ਉਹਨਾਂ ਦਾ ਲੇਖਾ ਜੋਖਾ ਗੁਰੂ ਵਿੱਚ ਪੈ ਕੇ ਕਰਦੇ ਹੈ। ਜਦੋਂ ਪਤਾ ਲੱਗੂ ਉਦੋਂ ਕਿਹੜਾ ਸਿੱਖ ਹੈ, ਜਦੋਂ ਅੱਖ ਮਿਟ ਗਈ ਅਤੇ ਉੱਥੇ ਜਾ ਕੇ ਅੱਖ ਖੁੱਲ੍ਹੀ ਪਰਲੋਕ 'ਚ, ਫਿਰ ਪਤਾ ਲੱਗੂਗਾ ਵੀ ਘਾਟਾ ਕਿੰਨਾ ਪੈ ਗਿਆ ਹੈ।
ਸਿੱਖ ਕਿਵੇਂ ਸੀ, ਅਸੀਂ ਕਿਵੇਂ ਬਾਣੀ ਪੜ੍ਹਦੇ ਸਾਂ, ਕਿਵੇਂ ਅਸੀਂ ਸੇਵਾ ਕਰਦੇ ਸਾਂ। ਉੱਥੇ ਫਿਰ ਸਾਧ ਸੰਗਤ ਜੀ ਗੁਰੂ ਵਿੱਚ ਪੈ ਕੇ ਨਿਬੇੜਾ ਕਰਦੇ। ਉਹਨਾਂ ਦਾ ਹਿਸਾਬ ਕਿਤਾਬ ਸਾਰਾ ਗੁਰੂ ਦੁਆਰਾ ਕੀਤਾ ਜਾਂਦਾ ਹੈ। ਦੂਸਰੇ ਦਾ ਹਿਸਾਬ ਕਿਤਾਬ ਗੁਰੂ ਦੁਆਰਾ ਕੋਈ ਨਹੀਂ ਕੀਤਾ ਜਾਂਦਾ। ਜਿਵੇਂ ਕੋਈ ਸਕੂਲੇ ਦੇ ਜਾਵੇ ਨਾ, ਦਾਖਲਾ ਲਵੇ ਕੋਈ ਨਾ, ਵਰਦੀ ਪਾ ਕੇ ਬਾਰ-ਬਾਰ ਹੀ ਤੁਰਿਆ ਫਿਰੇ ਸਕੂਲ ਤੋਂ, ਮੰਨ ਲਓ ਵੀ ਉਹ ਸਕੂਲੇ ਵੀ ਬਹਿ ਜਾਂਦਾ ਹੈ, ਦਾਖਲ ਨਹੀਂ ਹੋਇਆ, ਰਜਿਸਟਰ 'ਤੇ ਨਾਮ ਕੋਈ ਨਹੀਂ, ਹਾਜ਼ਰੀ ਕੋਈ ਲੱਗਦੀ ਨਹੀਂ ਹੈ, ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸਕੂਲ ਵਾਲਿਆਂ ਦੀ। ਕਾਹਦੀ ਜ਼ਿੰਮੇਵਾਰੀ ਉਹਦੀ? ਉਹਦਾ ਨਾਮ ਹੀ ਦਾਖਲ ਨਹੀਂ ਹੈ। ਸਾਲ ਬਾਅਦ ਉਹਦਾ ਕੋਈ ਐਗਜ਼ਾਮ ਨਹੀਂ ਹੋਣਾ, ਕੋਈ ਟੈਸਟ ਨਹੀਂ ਹੋਣਾ, ਕਿਉਂਕਿ ਉਹਦਾ ਨਾਮ ਹੀ ਉੱਥੇ ਹੈ ਨਹੀਂ। ਜੇ ਉਹ ਟੈਸਟ ਦੇ ਵੀ ਲਵੇ ਮੰਨ ਲਓ, ਅਤੇ ਤਾਂ ਵੀ ਉਹ ਸਰਕਾਰ ਕੋਲ ਸਰਟੀਫਿਕੇਟ ਨਹੀਂ ਉਹਨੂੰ ਮਿਲਣਾ, ਕਿਉਂਕਿ ਨਾਮ ਉਹਦਾ ਹੈ ਨਹੀਂ ਹੈ। ਇਵੇਂ ਸਾਧ ਸੰਗਤ ਜੀ ਉਹ ਪਰਮਾਰਥ ਤੌਰ 'ਤੇ ਸਮਝ ਲੈਣਾ ਵੀ ਜੋ ਗੁਰੂ ਮੁਖ ਤੋਂ ਨਾਮ ਸੁਣ ਕੇ ਜੇ ਭਾਈ ਕੋਈ ਜਪੇ ਅਤੇ ਸਦਾ ਹੀ ਜਪੇ, ਜਿਸ ਕਰਕੇ ਉਹਨੂੰ ਸਦਾ ਹੀ ਰਸ ਆਏਗਾ ਅਤੇ ਸਦਾ ਰਸ ਦੇ ਨਾਲ ਨਾਲ ਸੁੱਖ ਵੀ ਪ੍ਰਾਪਤ ਹੋਏਗਾ ਜੀ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਸਨ ਕਥਾ ਰਸਾਲਾ। ਭਾਈ ਬਾਲਾ ਜੀ ਕਹਿਣ ਲੱਗੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਰਸ ਭਰੀ ਰਸਾਂ ਦਾ ਘਰ ਸੁੰਦਰ ਕਥਾ ਅਗਲੀ ਸੁਣੋ ਆਪ ਜੀ। ਜਿਸ ਮਹਿ ਮਾਰਗ ਮੁਕਤ ਵਿਸਾਲਾ। ਜਿਸ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਵਿੱਚ ਮੁਕਤੀ ਦਾ ਬੜਾ ਤਗੜਾ ਰਸਤਾ ਦੱਸਿਆ ਹੋਇਆ ਹੈ, ਮੁਕਤ ਹੋਣ ਦਾ। ਜਿਸ ਕਥਾ ਵਿੱਚ ਇਹ ਦੱਸਿਆ ਹੋਇਆ ਵੀ ਸੁਤੰਤਰ ਕਿਵੇਂ ਰਹਿਣਾ ਹੈ ਅਤੇ ਕਿੰਨਾ ਕੰਮਾਂ ਕਰਕੇ ਪਤੰਤਰ ਹੋ ਜਾਈਦਾ, ਅਧੀਨ ਹੋ ਜਾਈਦਾ, ਕਿੰਨਾ ਕੰਮਾਂ ਕਰਕੇ ਮੁਕਤ ਹੋ ਜਾਈਦਾ ਹੈ, ਬੰਧਨ ਤੋੜ ਲਈਦੇ ਹੈ। ਐਸੀ ਸਤਿਗੁਰ ਜੀ ਦੀ ਕਥਾ ਜਿਸ ਵਿੱਚ ਮੁਕਤੀ ਦਾ ਮਾਰਗ ਵੀ ਬੜਾ ਤਗੜਾ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਵਿੱਚ। ਦੀਨ ਬੰਦ ਕੀਨਾ ਪ੍ਰਸਥਾਨਾ। ਜੋ ਦੀਨਾਂ ਗਰੀਬਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆ ਸੋ ਕਿਆ ਰੀਸ। ਉਹ ਗਰੀਬਾਂ ਨੀਚਾਂ ਨਾਲ ਹੀ ਮਾਰ ਕਹਿੰਦੇ ਸਾਡੀ ਜਿਹੜੀ ਬਣਦੀ ਹੈ ਉਹਨਾਂ ਦੀ ਹੀ ਰੀਸ ਕਰਦੇ, ਵੱਡਿਆਂ ਦੀ ਕਾਹਦੀ ਰੀਸ ਸਾਡੀ। ਗੁਰੂ ਸਾਹਿਬ ਸਭ ਤੋਂ ਵੱਡੇ, ਫਿਰ ਵੀ ਇਹ ਗੱਲ ਕਹਿ ਰਹੇ ਹੈ ਜੋ ਦੀਨਾਂ ਗਰੀਬਾਂ ਨਿਮਾਣਿਆਂ ਦੇ ਪਿਆਰੇ ਹੈ। ਸਤਿਗੁਰ ਜੀ ਨੇ ਇਵੇਂ ਸ਼ੇਖ ਬ੍ਰਹਮ ਜੀ ਨੂੰ ਪਾਕ ਪਟਨ ਵਿਖੇ ਮਹਾਨ ਉਪਦੇਸ਼ ਗਿਆਨਮਈ ਬਖਸ਼ ਕੇ ਆਪਣਾ ਮਰੀਦ ਸੇਵਕ ਕਰਕੇ ਅੱਗੇ ਚੱਲਣਾ ਕੀਤਾ। ਜਹਾਂ ਦੇਸ ਬਗਦਾਦ ਮਹਾਨਾ। ਜਿੱਥੇ ਬਗਦਾਦ ਦੇਸ਼ ਬਹੁਤ ਤਕੜਾ ਮਹਾਨ ਹੈ। ਦਸਤਗੀਰ ਤਹ ਪੀਰ ਰਹੇ ਹੀ। ਉੱਥੇ ਦਸਤਗੀਰ ਖਿਤਾਬ ਦਾ ਪੀਰ ਰਹਿੰਦਾ ਸੀ। ਇਵੇਂ ਦਸਤਗੀਰ ਪੀਰ ਇਹ ਇੱਕ ਸਾਧ ਸੰਗਤ ਜੀ ਉਹ ਨਾਮ ਸੀ, ਜਾਨਸ਼ੀਨਾ ਸਾਰੇ ਜੋ ਗੱਦੀ 'ਤੇ ਬੈਠਦੇ ਸਨ। ਉਂਝ ਤੇ ਫਰਾਸ ਦਾ ਇੱਕ ਨਗਰ ਸੀ ਜਿਹੜਾ ਜਾਲੀਨ, ਉਸ ਜਾਲੀਨ ਦਾ ਨਗਰ ਦਾ ਸੀ ਇੱਕ ਅਬਦੁਲ ਕਾਦਰ ਪੀਰ, ਅਬਦੁਲ ਕਾਦਰ ਜਾਲੀਨ ਪੀਰ ਦਾ ਨਾਮ। ਉਹ ਬੜਾ ਤਕੜਾ ਸਾਧ ਹੋਇਆ ਹੈ, ਬਹੁਤ ਤਕੜੇ ਸਾਧੂ ਸਨ। ਮਹਾਨਕੋਸ਼ ਵਿੱਚ ਲਿਖਿਆ ਹੋਇਆ ਉਹਨਾਂ ਬਾਰੇ ਡਾਕਟਰ ਵੀਰ ਸਿੰਘ ਨੇ ਵੀ ਇੱਥੇ ਥੱਲੇ ਟੂਕ ਦਿੱਤੀ ਪ੍ਰਸੰਗ ਦੀ ਸਮਾਪਤੀ ਵਿੱਚ। ਉਹ ਅਬਦੁਲ ਕਾਦਰ ਜਲੀਨ ਬੜਾ ਤਕੜਾ ਪੀਰ ਹੋਇਆ, ਸਾਧੂ, ਰੱਬ ਦਾ ਪਿਆਰਾ, ਖੁਦਾ ਦਾ ਪਿਆਰਾ। ਅਤੇ ਉਹ ਜਦੋਂ ਸਰੀਰ ਛੱਡ ਕੇ ਅੱਗੇ ਤੋਂ ਅੱਗੇ ਜਿਹੜੀ ਸੰਪਰਦਾ ਚੱਲਦੀ ਆਉਂਦੀ ਹੈ, ਇਹਨਾਂ ਦਾ ਜਿਹੜਾ ਪ੍ਰਸਿੱਧ ਨਾਮ ਦਸਤਗੀਰ ਸੀ। ਫਿਰ ਅੱਗੇ ਜਿਹੜਾ ਵੀ ਗੱਦੀ 'ਤੇ ਜਾਨਸ਼ੀਨ ਗੱਦੀ ਨਸ਼ੀਨ ਹੋਇਆ ਉਹਦਾ ਨਾਮ ਵੀ ਦਸਤਗੀਰ ਮਗਰ ਲੱਗਦਾ ਸੀ ਪੀਰ ਦਾ। ਜਿਵੇਂ ਆ ਬਾਬਾ ਫਰੀਦ ਜੀ ਦੀ ਸੰਪਰਦਾ ਦੇ ਜਿੰਨੇ ਵੀ ਉਹ ਸਾਰੇ ਸ਼ੇਖ ਫਰੀਦ ਨਾਮ ਲਾਉਂਦੇ ਨਾਲ। ਜਿਵੇਂ ਆਪਣੇ ਗੁਰੂ ਗ੍ਰੰਥ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੰਸ਼ ਬੰਸ ਬਾਬਾ ਬਿਧੀ ਚੰਦੀਏ ਹੈ, ਅਤੇ ਉਹਨਾਂ ਸਾਰਿਆਂ ਹੁਣ ਕੋਈ ਵੀ ਗੱਦੀ 'ਤੇ ਬੈਠ ਜਾਏ ਅਤੇ ਬਿਧੀ ਚੰਦੀਏ ਕਹਿੰਦੇ ਹੈ। ਇਵੇਂ ਦਸਤਗੀਰ ਪੀਰ ਦੇ ਜਿਹੜੇ ਦਰਵੇਸ਼ ਦੀ ਸੰਪਰਦਾ ਦੇ ਉਹਦੇ ਵਿੱਚੋਂ ਕਾਦਰੀ ਨਾਮ ਲਾਉਂਦੇ ਅਤੇ ਦਸਤਗੀਰ ਉਸ ਵੇਲੇ ਜਿਹੜਾ ਹੈ ਭਾਈ ਗੁਰਦਾਸ ਜੀ ਦੇ ਸਭ ਤੋਂ ਜਿਹੜਾ ਪਹਿਲਾ ਪਤਾ ਹੈ ਨਾ ਇਸ ਪੀਰ ਬਾਰੇ ਲਿਖਿਆ, ਉਹ ਭਾਈ ਗੁਰਦਾਸ ਜੀ ਨੇ ਲਿਖਿਆ ਦਸਤਗੀਰ ਪੀਰ ਨਾਮ। ਇਹ ਉਹ ਖਿਤਾਬ ਦਾ ਨਾਮ ਹੀ ਦਿੱਤਾ, ਪੀਰ ਦਾ ਨਾਮ ਨਹੀਂ ਦਿੱਤਾ, ਸੰਬੋਧਨ ਕਰਕੇ ਦੱਸ ਦਿੱਤਾ ਹੈ, ਇਸ਼ਾਰੇ ਨਾਲ ਕਹਿ ਰਹੇ ਦਸਤਗੀਰ ਪੀਰ। ਅਤੇ ਭਾਈ ਗੁਰਦਾਸ ਜੀ ਦੀ ਟੂਕ ਤੋਂ ਹੀ ਇੱਥੇ ਜਿਵੇਂ ਉੱਥੇ ਲਿਖਿਆ ਉਸੇ ਇਸ਼ਾਰੇ ਨਾਲ ਹੀ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਲਿਖ ਦਿੱਤਾ ਹੈ। ਅਤੇ ਦਸਤਗੀਰ ਪੀਰ ਉੱਥੇ ਜਿਹੜੇ ਕਹਿੰਦੇ ਰਹਿੰਦੇ ਸਨ ਬਗਦਾਦ ਸ਼ਹਿਰ ਵਿੱਚ, ਬੜਾ ਇਹਨਾਂ ਦੀ ਮੰਨਤਾ ਸੀ। ਸਭ ਨਰ ਤਿਹ ਕੀ ਸੇਵ ਕਰੇ ਹੀ। ਬਗਦਾਦ ਦੇ ਸਾਰੇ ਮਾਈ ਭਾਈ ਬੁੱਢੇ ਬੱਚੇ ਜਵਾਨ ਸਾਰੇ ਬਹੁਤ ਇਸ ਪੀਰ ਦੀ ਸੇਵਾ ਕਰਦੇ ਸਨ। ਆਏ ਸਭਿਖਾ ਰਹਿਤ ਦਿਨ ਰਾਤੀ। ਬੜੇ ਸ਼ਕਤੀਆਂ ਵਾਲੇ ਸਨ, ਜਿਸ ਕਰਕੇ ਰਾਤ ਦਿਨ ਇਹਨਾਂ ਦੀ ਆਗਿਆ ਵਿੱਚ ਹੀ ਰਹਿੰਦੇ ਸੀ। ਦਸਤਗੀਰ ਪੀਰ ਦਾ ਅਰਥ ਹੈ ਵੀ ਦਸਤ ਕਹੀਦਾ ਹੱਥ ਨੂੰ, ਗੀਰ ਕਹੀਦਾ ਪਕੜਨ ਨੂੰ, ਫੜਨ ਨੂੰ, ਜੋ ਸਾਰਿਆਂ ਦਾ ਹੱਥ ਫੜੇ ਉਹ ਐਸਾ ਦਸਤਗੀਰ ਪੀਰ। ਉੱਥੇ ਬੜੀ ਮੰਨਤਾ ਸੀ, ਐਵੇਂ ਸ਼ਕਤੀ ਵਾਲੇ ਸਨ, ਦਿਨੇ ਰਾਤ ਇਹਦੀ ਆਗਿਆ ਵਿੱਚ ਹੀ ਰਹਿੰਦੇ ਅਤੇ ਸੇਵਾ ਕਰਦੇ ਸਾਰੇ। ਤਿਸ ਮਹਿ ਅਜ਼ਮਤ ਵੱਡ ਬਖਿਆਤੀ। ਇਸ ਪੀਰ ਵਿੱਚ ਜਿਹੜੀ ਤਾਕਤ, ਅਗੰਮੀ ਤਾਕਤ ਸ਼ਕਤੀ ਬਹੁਤ ਹੀ ਵੱਡੀ ਸੀ, ਪ੍ਰਗਟ ਰੂਪ ਵਿੱਚ ਹੀ। ਜਸ ਉਪਦੇਸਾ ਦੇਤ ਤਿਸ ਦੇਸਾ। ਉਸ ਬਗਦਾਦ ਦੇ ਇਲਾਕੇ ਦੇਸ਼ ਵਿੱਚ ਜੈਸਾ ਵੀ ਉਪਦੇਸ਼ ਦਿੰਦਾ ਸੀ ਇਹ ਪੀਰ ਦਸਤਗੀਰ। ਤਸ ਕਰਹੀ ਸਭ ਸਹਤ ਨਰੇਸਾ। ਬਗਦਾਦ ਦੇ ਰਾਜੇ ਦੇ ਸਹਿਤ, ਇਹ ਅਰਬ ਵਿੱਚ ਹੀ ਪੈਂਦਾ ਬਗਦਾਦ, ਅਤੇ ਬਗਦਾਦ ਦੇ ਜਿਹੜਾ ਉੱਥੇ ਰਾਜਾ ਸੀ, ਰਾਜੇ ਦੇ ਸਹਿਤ ਸਾਰੇ ਇਹਦੀ ਉਸੇ ਤਰ੍ਹਾਂ ਹੀ ਸੇਵਾ ਕਰਦੇ ਸਨ। ਜਾ ਕੇ ਬਹੁਤ ਮਰੀਦ ਅਗਾਰੀ। ਜਿਸ ਪੀਰ ਦੇ ਅੱਗੇ ਬਹੁਤ ਮਰੀਦ ਸੇਵਕ ਹੈ ਸਨ। ਸੇਵਹਿ ਸਦ ਆਏ ਸੰਸਾਰੀ। ਸਾਰੇ ਸੇਵਾ ਕਰਦੇ ਇਸ ਪੀਰ ਦੀ ਆਗਿਆ ਦੇ ਅਨੁਸਾਰੀ ਹੋ ਕੇ। ਤਿਹ ਕੋ ਮਾਨ ਹਰਨ ਗੁਣ ਖਾਨੀ। ਐਸੇ ਦਸਤਗੀਰ ਪੀਰ ਦੇ ਵੀ ਸਿੱਖ ਸੇਵਕ ਬੜੇ ਹੈ, ਸ਼ਕਤੀ ਬੜੀ ਇਹਦੇ ਵਿੱਚ, ਲੋਕ ਆਗਿਆ ਵਿੱਚ ਰਹਿੰਦੇ, ਇਹਨੂੰ ਮਾਣ ਸੀ, ਹੰਕਾਰ ਸੀ ਆਪਣੀ ਸੇਵਕਤਾਈ ਦਾ, ਸ਼ਕਤੀ ਦਾ, ਤਾਕਤ ਦਾ। ਗੁਰੂ ਸਾਹਿਬ ਜੀ ਇਸ ਪੀਰ ਦੇ ਮਾਨ ਨੂੰ ਨਾਸ ਕਰਨ ਵਾਸਤੇ ਗੁਣਾਂ ਦੀ ਖਾਨ। ਪ੍ਰਾਪਤ ਭਏ ਜਹਾਂ ਰਾਜਧਾਨੀ। ਜਿੱਥੇ ਬਗਦਾਦ ਸ਼ਹਿਰ ਦੀ ਰਾਜਧਾਨੀ ਹੈ ਉੱਥੇ ਮਹਾਰਾਜ ਪ੍ਰਾਪਤ ਹੋਏ ਚਲੇ ਗਏ। ਪੁਰ ਤੇ ਬਹਿਰ ਰਚਿਰ ਜਲ ਹੇਰਾ। ਇਵੇਂ ਸ਼ਹਿਰ ਬਗਦਾਦ ਤੋਂ ਬਾਹਰ ਵਾਰੀ ਗੁਰੂ ਸਾਹਿਬ ਜੀ ਨੇ ਸੋਹਣਾ ਜਿਹੜਾ ਜਲ ਵਗਦਾ ਦੇਖਿਆ, ਜਿੱਥੇ ਮਹਾਰਾਜ ਬਿਰਾਜਮਾਨ ਸਨ ਪੱਛਮ ਦੀ ਦਿਸ਼ਾ ਵੱਲ। ਉੱਥੇ ਅੱਜ ਵੀ ਸੋਹਣਾ ਕਹਿੰਦੇ ਸਥਾਨ ਉਹ ਬਣਿਆ ਹੋਇਆ, ਐਵੇਂ ਚਾਰ ਦੀਵਾਰੀ ਵਲ ਕੇ ਥੜਾ ਸਾਹਿਬ ਮਹਾਰਾਜ ਦਾ ਸੁਭਾਇਮਾਨ ਹੈ ਬਗਦਾਦ ਵਿੱਚ। ਇਵੇਂ ਸ਼ਹਿਰ ਦੇ ਬਾਰ-ਬਾਰ ਜਿੱਥੇ ਸਤਿਗੁਰੂ ਜੀ ਨੇ ਜਲ ਦੇਖਿਆ ਉੱਥੇ ਜਾ ਬਿਰਾਜੇ। ਉੱਥੇ ਅੱਜ ਕੱਲ੍ਹ ਸਥਾਨ ਵੀ ਹੈ ਜਿੱਥੇ ਬੈਠੇ ਸਨ। ਬੈਠ ਗਏ ਤਹ ਕਰਕੇ ਡੇਰਾ। ਗੁਰੂ ਸਾਹਿਬ ਜੀ ਉੱਥੇ ਟਿਕਾਣਾ ਕਰਕੇ ਭਾਈ ਮਰਦਾਨੇ ਵਾਲੇ ਸਮੇਤ ਜਾ ਬੈਠ ਗਏ। ਜਬ ਇੱਕ ਰਜਨੀ ਸਗਲ ਬਿਤਾਈ। ਜਦੋਂ ਮਹਾਰਾਜ ਉੱਥੇ ਸ਼ਾਮ ਦੇ ਸਮੇਂ ਸ਼ਾਮ ਪੈ ਗਈ, ਫਿਰ ਰਾਤ ਹੋ ਗਈ। ਜਦੋਂ ਇੱਕ ਰਾਤ ਸਾਰੀ ਲੰਘਾਈ ਬਿਤਾਈ ਹੈ। ਜਾਗੇ ਪ੍ਰਭੂ ਭੋਰ ਹੋਇ ਆਈ। ਮਹਾਰਾਜ ਅੰਮ੍ਰਿਤ ਵੇਲਾ ਹੋਇਆ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਵਿਚਾਰ ਕੇ ਵੀ ਅੰਮ੍ਰਿਤ ਵੇਲਾ ਹੋ ਗਿਆ, ਸਵੇਰ ਹੁੰਦਿਆਂ ਹੀ ਸਤਿਗੁਰੂ ਜੀ ਜਾਗੇ ਹੈ। ਕਰ ਇਸਨਾਨ ਪੜੀ ਮੁਖ ਬਾਣੀ। ਇਵੇਂ ਮਹਾਰਾਜ ਜੀ ਇਸ਼ਨਾਨ ਕਰਕੇ ਮੁੱਖੋਂ ਬਾਣੀ ਪੜ੍ਹੀ ਹੈ। ਗੁਰੂ ਸਾਹਿਬ ਜੀ ਇੱਕ ਤਾਂ ਹੁੰਦਾ ਨਾ ਵੀ ਜਿਹੜੇ ਕਿਸੇ ਨੂੰ ਉਪਦੇਸ਼ ਕਰਨ ਜਾਂ ਮੁਖੀ ਅਖਵਾਉਣ, ਅਤੇ ਉਹ ਆਪ ਕੱਖ ਨਹੀਂ ਕਰਦੇ,
ਗੁਰੂ ਸਾਹਿਬ ਜੀ ਦਾ ਐਸਾ ਸਿਧਾਂਤ ਨਹੀਂ ਹੈ। ਮਹਾਰਾਜ ਆਪ ਵੀ ਅੰਮ੍ਰਿਤ ਵੇਲੇ ਉੱਠਦੇ ਸਨ, ਸਾਨੂੰ ਵੀ ਉਹੀ ਸਿੱਖਿਆ ਦਿੱਤੀ ਹੈ। ਭਾਵ ਜੋ ਕੀਤਾ ਉਹ ਕਿਹਾ ਹੈ। ਐਵੇਂ ਨਹੀਂ ਕਹਿ ਦਿੱਤਾ ਵੀ ਅੰਮ੍ਰਿਤ ਵੇਲੇ ਉੱਠੋ, ਸਾਨੂੰ ਪਰੇਸ਼ਾਨੀ ਦੇ ਦਿੱਤੀ ਹੈ। ਉਹ ਤਾਂ ਗੁਰਬਾਣੀ ਵਿੱਚ ਹੀ ਲਿਖਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾ ਨਾਮ ਧਿਆਵੈ। ਇਸ਼ਨਾਨ ਕਰੇ ਉੱਠ ਕੇ ਪ੍ਰਭਾਤੀ, ਇਸ਼ਨਾਨ ਕਰੇ ਪ੍ਰਭਾਤੀ ਅੰਮ੍ਰਿਤ ਵੇਲੇ ਵੱਡੀ ਸਵੇਰ ਨੂੰ। ਚਾਲਾਂਗੇ ਉੱਠ ਨਾਮ ਜਪ, ਨਿਸਬਾਸਰ ਆਰਾਧ, ਕਾਰਾ ਤੁ ਜਿਨਾ ਵਿਆਪਈ, ਨਾਨਕ ਮਿਟੇ ਉਪਾਦ। ਇਹ ਗੁਰੂ ਜੀ ਦੇ ਬਚਨ ਆਉਂਦੇ ਗੁਰਬਾਣੀ ਵਿੱਚ ਵੀ। ਇਵੇਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਮੁੱਖੋਂ ਬਾਣੀ ਪੜ੍ਹੀ ਹੈ ਸ੍ਰੀ ਜਪਜੀ ਸਾਹਿਬ। ਸ੍ਰੀ ਕਰਤਾਰ ਸਿਫਤ ਮਹਿਸਾਨੀ। ਜੋ ਬਾਣੀ ਵਾਹਿਗੁਰੂ ਕਰਤਾਰ ਪਰਮੇਸ਼ਰ ਦੀ ਸਿਫਤ ਵਿੱਚ ਮਿਲੀ ਹੋਈ ਹੈ, ਉਹ ਕਿਹੜੀ ਬਾਣੀ ਹੈ? ਸ੍ਰੀ ਜਪਜੀ ਸਾਹਿਬ ਹੀ ਹੈ। ਗੁਰੂ ਮਹਾਰਾਜ ਨੇ ਆਪ ਹੀ ਉਚਾਰਨ ਕੀਤੀ ਹੈ, ਆਪ ਪੜ੍ਹਦੇ ਰਹੇ ਹਨ। ਲੱਖ ਪਾਤਾਲ ਲੱਖ ਆਕਾਸ। ਇਵੇਂ ਸਾਧ ਸੰਗਤ ਜੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਵੀ ਸਾਨੂੰ ਬਾਣੀ ਜਪਜੀ ਸਾਹਿਬ ਪੜ੍ਹਨੀ ਚਾਹੀਦੀ ਹੈ। ਆ ਪਿੱਛੇ ਜਲਾਲਦੀਨ ਪੀਰ ਦਾ ਪ੍ਰਸੰਗ ਆਇਆ ਅਤੇ ਉੱਥੇ ਵੀ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਹੀ ਬਾਣੀ ਪੜ੍ਹੀ ਅਤੇ ਜਦੋਂ ਤੁਕ ਉਚਾਰਨ ਕੀਤੀ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਅਤੇ ਉਹ ਕਮਾਲ ਮਰੀਦ ਨੂੰ ਸੰਸਾ ਉੱਠਿਆ ਵੀ ਗੁਰਮੁਖ ਮਹਾਰਾਜ ਕਿਹਨੂੰ ਕਹਿੰਦੇ ਆ। ਅਤੇ ਇੱਥੇ ਵੀ ਉਹੀ ਹੁਣ ਪ੍ਰਸੰਗ ਆ ਰਿਹਾ ਵੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀ। ਇਵੇਂ ਜਪਜੀ ਸਾਹਿਬ ਬਾਣੀ ਦਾ ਸਾਧ ਸੰਗਤ ਜੀ ਬਹੁਤ ਮਹਾਤਮ ਹੈ। ਜੋ ਗੁਰੂ ਮਹਾਰਾਜ ਨੇ ਆਪ ਪੜ੍ਹੀ ਹੋਵੇ ਬਾਣੀ, ਅਤੇ ਸਾਨੂੰ ਕਿਉਂ ਫਿਰ ਪੜ੍ਹਨ ਤੋਂ ਬਿਨਾਂ ਰਹਿਣਾ ਨਹੀਂ ਚਾਹੀਦਾ। ਜਿਨ੍ਹਾਂ ਦੀ ਕਿਰਪਾ ਹੈ ਉਹ 5 ਬਾਣੀਆਂ 5 ਗ੍ਰੰਥੀ ਪੜ੍ਹ ਕੇ ਕੁਝ ਮੂੰਹ ਵਿੱਚ ਪਾਣੀ ਆਦਿਕ ਪਾਉਂਦੇ ਹੈ, ਹੋਰ ਕੁਝ ਨਹੀਂ ਹੋ ਸਕਦੇ, ਕੁਝ ਵੀ ਨਹੀਂ ਖਾਂਦੇ ਜਿੰਨਾ ਚਿਰ 5 ਬਾਣੀਆਂ ਨਾ ਪੜ੍ਹ ਲੈਣ ਵੱਧ ਤੋਂ ਵੱਧ। ਅਤੇ ਇਸ ਤਰ੍ਹਾਂ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਸਾਨੂੰ ਸਾਧ ਸੰਗਤ ਜੀ ਚੱਲਣਾ ਚਾਹੀਦਾ ਹੈ। ਜੇ ਆਪਾਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ, ਗੁਰਮੁਖ ਅਖਵਾਉਂਦੇ ਹਾਂ। ਜੇ ਆਪਾਂ ਨਾਮ ਦੇ ਹੀ ਸਿੱਖ ਹਾਂ, ਆਹ ਹਵਾ ਜੀ ਤਲਵਾਰਾਂ, ਅਤੇ ਫਿਰ ਕੋਈ ਗੱਲ ਨਹੀਂ। ਚਲੋ ਇਵੇਂ ਗੁਰੂ ਮਹਾਰਾਜ ਜਦੋਂ ਜਪਜੀ ਸਾਹਿਬ ਬਾਣੀ ਪੜ੍ਹ ਰਹੇ ਸਨ, ਜਦੋਂ ਆਹ ਪੌੜੀ ਪੜ੍ਹੀ ਹੈ ਵੀ ਲੱਖ ਪਾਤਾਲ ਲੱਖ ਆਕਾਸ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇਕ ਬਾਤ, ਸਹਿਸ 18 ਕਹਿਨ ਇਕ ਤੇਬਾ, ਅਸਲੂ ਇਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਇਹ ਜਦੋਂ ਪੌੜੀ ਪੜ੍ਹੀ ਹੈ, ਇਹ ਜਬ ਸ਼ਬਦ ਪੜ੍ਹਿਓ ਸੁਖ ਰਾਸਾ। ਸਾਰੇ ਸੁੱਖਾਂ ਦੇ ਜੋ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਜਦੋਂ ਇਸ ਜਪਜੀ ਸਾਹਿਬ ਨੂੰ ਪੜ੍ਹਦਿਆਂ ਇਸ ਪੌੜੀ ਸ਼ਬਦ ਨੂੰ ਪੜ੍ਹਿਆ ਹੈ। ਏਕ ਮਰੀਦ ਪੀਰ ਕੋ ਆਇੰ। ਦਸਤਗੀਰ ਪੀਰ ਦਾ ਇੱਕ ਮਰੀਦ ਕਹਿੰਦੇ ਉੱਥੇ ਉਸ ਵੇਲੇ ਆ ਗਿਆ। ਹਿਤ ਮੱਜਨ ਕੇ ਜਲ ਜਿਹ ਧਾਇੰ। ਜਿਸ ਥਾਂ ਦੇ ਉੱਪਰ ਇਹ ਜਲ ਸੀ ਨਾ ਇਸ਼ਨਾਨ ਵਾਸਤੇ, ਇਹ ਇਸ਼ਨਾਨ ਕਰਨ ਵਾਸਤੇ ਵੱਡੀ ਸਵੇਰ ਨੂੰ ਇਹ ਪੀਰ ਦਾ ਮਰੀਦ ਵੀ ਆਇਆ ਹੋਇਆ ਸੀ। ਸੁਨਿਆ ਸਰੋਨ ਮਹਿ ਇਹ ਪਦ ਥਾਹੀ। ਉਸ ਨੇ ਜਦੋਂ ਇਸ ਪਦ ਨੂੰ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਇਹ ਪੌੜੀ ਨੂੰ ਜਦੋਂ ਆਪਣੇ ਕੰਨਾਂ ਵਿੱਚ ਧਿਆਨ ਨਾਲ ਸੁਣਿਆ, ਬਿਸਮ ਰਹਿਓ ਆਪਣੇ ਮਨ ਮਾਹੀ। ਉਹ ਆਪਣੇ ਮਨ ਵਿੱਚ ਬੜਾ ਆਸ਼ਚਰਜ ਹੋ ਕੇ ਰਹਿਆ ਵੀ ਕੀ ਬੋਲਿਆ ਇੰਨਾ। ਇਹੋ ਕਿਆ ਕੁਫਰ ਭਗਤ ਹੈ ਕੋਈ। ਵਿਚਾਰਦਾ ਮਨ ਵਿੱਚ ਕਹਿੰਦਾ ਵੀ ਆਹ ਕੋਈ ਕੌਣ ਆ ਗਿਆ ਇੱਥੇ ਜਿਹੜਾ ਸਵੇਰੇ ਸਵੇਰ ਅੰਮ੍ਰਿਤ ਵੇਲੇ ਕੁਫਰ ਬਕ ਰਿਹਾ, ਝੂਠ ਬੋਲ ਰਿਹਾ, ਕੁਫਰ ਕੁਫਾਰੀ। ਕਹਿਓ ਕੁਰਾਨ ਕਿਤਾਬ ਨਾ ਸੋਈ। ਕਹਿੰਦਾ ਵੀ ਆਹ ਕੋਈ ਕੌਣ ਹੈ ਜਿਹੜਾ ਕੀ ਕੁਫਰ ਬਕਦਾ ਹੈ, ਕੀ ਕੁਫਰੀ ਬੋਲ ਰਿਹਾ, ਝੂਠ ਹੀ ਬੋਲ ਰਿਹਾ ਹੈ। ਆ ਵੀ ਸਾਡੇ ਮੁਸਲਮਾਨਾਂ ਦੇ ਜਿੰਨੇ ਵੀ ਕੁਰਾਨ ਹੈ, ਕੁਰਾਨ ਤੋਂ ਆਦਿਕ ਮੁਸਲਮਾਨਾਂ ਦੀਆਂ ਜੋ ਕਿਤਾਬਾਂ ਹੈ, ਅੰਜੀਲ ਤਰੇਤ ਜੰਬੂਰ,
ਉਹਨਾਂ ਨੇ ਤੇ ਇਹ ਨਹੀਂ ਕਿਹਾ ਵੀ ਇੰਨੇ ਪਤਾਲ ਆਕਾਸ਼ ਹਨ। ਤਰਕ ਕਰਤ ਅਸ ਗਇਓ ਸਮੀਪਾ। ਐਵੇਂ ਤਰਕ ਕਰਦਾ, ਹੁਜਤ ਕਰਦਾ ਹੋਇਆ ਸਤਿਗੁਰੂ ਜੀ ਦੇ ਕੋਲ ਗਿਆ ਮੁਰੀਦ। ਜਹਾਂ ਬੈਠੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਜੋ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਜਿੱਥੇ ਉਹ ਜਲ ਦੇ ਕਿਨਾਰੇ ਬੈਠੇ ਹੋਏ ਸਨ। ਤਿਹ ਤਿਨ ਦਾਨ ਲੱਗਿਓ ਮਰਦਾਨਾ। ਜਦੋਂ ਇਹ ਮੁਰੀਦ ਪਾਸ ਗਿਆ ਤੇ ਭਾਈ ਮਰਦਾਨਾ ਉਸ ਵੇਲੇ ਰਬਾਬ ਹੱਥ ਵਿੱਚ ਲੈ ਕੇ ਗਾਉਣ ਲੱਗਿਆ। ਵਾਏ ਰਬਾਬ ਸਿਫਤ ਭਗਵਾਨਾ। ਐਵੇਂ ਰਬਾਬ ਨੂੰ ਹੱਥਾਂ ਵਿੱਚ ਲੈ ਕੇ ਤੇ ਵਜਾ ਕੇ ਜਿਹੜੀ ਵਾਹਿਗੁਰੂ ਦੀ ਸਿਫਤ ਹੈ ਭਗਵਾਨ ਪਰਮੇਸ਼ਰ ਦੀ ਉਹ ਗਾਉਣੀ ਸ਼ੁਰੂ ਕਰ ਦਿੱਤੀ ਗੁਰਬਾਣੀ ਰੂਪ ਵਿੱਚ। ਕਰੋ ਹੋਏ ਸਨ ਕਾ ਚਿਰਤਾਈ। ਐਵੇਂ ਜਿਹੜਾ ਮੁਰੀਦ ਕੋਲ ਗਿਆ ਸੀ ਗੁੱਸੇ ਵਿੱਚ ਤਰਕ ਕਰਦਾ, ਇਹ ਕਾਫੀ ਚਿਰ ਤੱਕ ਉੱਥੇ ਖੜਾ ਹੋ ਕੇ ਬਾਣੀ ਸੁਣ ਕੇ ਗਮਨਿਆ ਬਾਹਰ ਪੀਰ ਨਿਜ ਥਾਈ। ਆਪਣੇ ਥਾਂ ਤੇ ਜਿਹੜਾ ਪੀਰ ਸੀ ਨਾ ਦਸਤਗੀਰ ਪੀਰ, ਫਿਰ ਉੱਥੇ ਚਲਾ ਗਿਆ ਬਾਣੀ ਸੁਣ ਕੇ, ਭਾਵ ਪੂਰਾ ਜਪਜੀ ਸਾਹਿਬ ਹੀ ਸੁਣ ਕੇ। ਅਵਸਰ ਪਾਏ ਸੋ ਭੋਜਨ ਕੀਨਾ। ਐਵੇਂ ਮੌਕਾ ਪਾ ਕੇ ਨੇ ਪੁੱਛਣਾ ਕੀਤਾ। ਹਜ਼ਰਤ ਸਨਹਾ ਕੁਫਰ ਇੱਕ ਪੀਨਾ। ਐ ਹਜ਼ਰਤ ਪੀਰ ਦਸਤਗੀਰ ਜੀ ਸੁਣੋ, ਇੱਕ ਇੱਥੇ ਬੜਾ ਤਗੜਾ ਝੂਠ ਹੋਣੇ ਭਾਰੀ ਝੂਠ ਬੋਲਿਆ ਹੈ। ਹਿੰਦ ਫਕੀਰ ਵਹਿਰ ਹੈ ਬਸਾ। ਕਹਿੰਦਾ ਵੀ ਪੀਰ ਜੀ ਸੁਣੋ, ਇੱਕ ਬੜਾ ਤਗੜਾ ਹੀ ਝੂਠ ਆ ਵਾਰ-ਵਾਰ ਸਾਡੇ ਇੱਥੇ ਬਗਦਾਦ ਵਿੱਚ ਜਲ ਦੇ ਕਿਨਾਰੇ ਜਿੱਥੇ ਇਸ਼ਨਾਨ ਕਰਨ ਜਾਂਦੇ ਆ, ਉੱਥੇ ਇੱਕ ਹਿੰਦੂ ਫਕੀਰ ਬੈਠਾ ਹੋਇਆ ਹੈ। ਬਕਿਓ ਬਕਾਓ ਕੁਫਰ ਤਿਨ ਐਸਾ। ਉਸ ਹਿੰਦੂ ਫਕੀਰ ਨੇ ਐਸਾ ਜਿਹੜਾ ਨਾ ਕੁਫਰ ਝੂਠ ਆ ਬਕਾਓ ਬਕਿਆ ਮੂੰਹੋਂ ਕਿਹਾ ਹੈ। 14 ਤਬਕ ਕੁਰਾਨ ਬਤਾਏ। ਉਹਨੇ ਝੂਠ ਦਾ ਜਿਹੜਾ ਬੋਲ ਬਕਿਆ ਝੂਠ ਹੀ ਕਿਹਾ ਹੈ। ਉਹਨੇ ਐਸਾ ਕਿਹਾ ਵੀ 14 ਜਿਹੜੇ ਤਬਕ ਕੁਰਾਨ ਆਂਦਾ ਵੀ ਇਹ ਕਹਿਣ ਲੱਗਾ ਦਸਤਗੀਰ ਦਾ ਪ੍ਰੀਤ ਦਾ ਮਰੀਦ ਵੀ ਉਹਨੇ ਬੜਾ ਤਗੜਾ ਐਸਾ ਝੂਠ ਬਕਿਆ ਹੈ ਜੀ ਵੀ ਵੇਖ ਲਓ 14 ਤਬਕ ਜਿਹੜੇ ਨਾ ਕੁਰਾਨ ਨੇ ਦੱਸੇ ਹੈ, ਭਾਵ 7 ਪਤਾਲ 7 ਆਕਾਸ਼। ਇਤੇ ਹੀ ਤਮਾ ਆਪ ਸੁਨਾਏ। ਤੇ ਪੀਰ ਜੀ ਇਹਨੇ ਤੁਸੀਂ ਆਪ ਸੁਣਾਏ ਵੀ ਕੁਰਾਨ ਵਿੱਚ ਆ ਲਿਖਿਆ ਹੈ ਮਰੀਦੋ ਵੀ 7 ਪਤਾਰ 7 ਆਕਾਸ਼ 7 ਪਤਾਰ ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰ। ਵੀ 14 ਲੋਕ ਹੈ, ਇਹ ਤੁਸੀਂ ਵੀ ਦੱਸੇ ਹੋਏ ਜਿਵੇਂ ਕੁਰਾਨ ਵਿੱਚ ਕਹੇ ਹੈ। ਤਿਸਨ ਲੱਖ ਆਕਾਸ਼ ਪਤਾਲੇ। ਉਹ ਜੋ ਹਿੰਦੂ ਫਕੀਰ ਬਾਹਰ ਆਇਆ ਨਾ ਕੁਫਰ ਕੁਫਾਰੀ, ਉਸਨੇ ਵੇਖੋ ਪੀਰ ਜੀ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਦੱਸੇ ਹੈ। ਬੋਹਰ ਨ ਔਰਕ ਥਾਕ ਰਹਿ ਭਾਲੇ। ਅੱਗੋਂ ਕਹਿੰਦੇ ਓੜਕ ਭਾਲ ਥੱਕੇ ਵੇਦ ਕਹਿ ਨਿਕਵਾਤ ਵੀ ਭਾਲ ਕੇ ਥੱਕ ਕੇ ਰਹਿ ਗਏ ਆ ਬਹੁਤ ਜਾਣੇ, ਫਿਰ ਵੀ ਕਹਿੰਦੇ ਉਹਦਾ ਅੰਤ ਨਹੀਂ ਪਾਇਆ, ਭਾਵ ਪਤਾਲ ਆਕਾਸ਼ ਹੋਰ ਲੱਖਾਂ ਤੋਂ ਵੀ ਵੱਧ ਹੀ ਹਨ। ਸੁਨ ਕੈ ਅਚਰਜ ਮੁਝ ਮਨ ਆਵਾ। ਇਵੇਂ ਜਦੋਂ ਉਹਨਾਂ ਨੇ ਕਿਹਾ ਹੋਇਆ ਪੀਰ ਜੀ ਸੁਣ ਕੇ ਮੇਰੇ ਮਨ ਵਿੱਚ ਬੜੀ ਅਸਚਰਜਤਾ ਹੈਰਾਨੀ ਜੀ ਆਈ ਵੀ ਆ ਕੀ ਕਿਹਾ ਇਹਨਾਂ। ਸਹਿਓ ਨਾ ਜਾਏ ਜੋ ਤਾਹੇ ਸੁਨਾਵਾ। ਮੈਂ ਤੇ ਤੁਹਾਨੂੰ ਕੀ ਦੱਸਾਂ ਵੀ ਜੋ ਉਸ ਹਿੰਦੂ ਫਕੀਰ ਨੇ ਸੁਣਾਇਆ ਮੇਰੇ ਕੋਲ ਤਾਂ ਸਹਿਆ ਹੀ ਨਹੀਂ ਜਾ ਰਿਹਾ, ਸਹਿਆ ਹੀ ਨਹੀਂ ਜਾਂਦਾ। ਲਿਖਿਓ ਖਿਲਾਫ ਕੁਰਾਨ ਦਰਮਿਆਨ। ਉਹਨਾਂ ਨੇ ਜਿਹੜਾ ਕੁਰਾਨ ਵਿੱਚ ਲਿਖਿਆ ਨਾ ਵੀ 14 ਤਬਕ ਹੈ, ਇਹਦੇ ਉਲਟ ਲਿਖਿਆ ਹੋਇਆ ਹੈ। ਪੂਰੋ ਕਿਦਾ ਫਕੀਰ ਅਜਾਨ। ਜਾਂ ਤੇ ਮੈਂ ਇਵੇਂ ਜਾਣਦਾ ਲਿਖਿਓ ਖਿਲਾਫ ਕੁਰਾਨ ਦਰਮਿਆਨ, ਵੀ ਜੋ ਕੁਰਾਨ ਦੇ ਦਰਮਿਆਨ ਵਿੱਚ ਲਿਖਿਆ ਜਾਂ ਤੇ ਉਹ ਉਲਟ ਲਿਖਿਆ ਹੈ, ਤੇ ਜਾਂ ਵੀ ਇਹ ਜਿਹੜਾ ਫਕੀਰ ਅਜਾਣ ਬੇਸਮਝ ਹੈ ਇਹੋ ਝੂਠ ਕੁਫਰ ਤੋਲਦਾ ਝੂਠ ਬੋਲਦਾ ਹੈ। ਅੱਗੇ ਇੱਕ ਤੋ ਇਹ ਤਿਨ ਕਹਿਓ ਅਚੰਬਾ। ਇੱਕ ਤੇ ਉਹਨੇ ਇਹ ਕਿਹਾ ਵੀ ਲੱਖਾਂ ਪਤਾਲ ਲੱਖਾਂ ਆਕਾਸ਼, ਇਹ ਬੜਾ ਅਚੰਬਾ ਕਿਹਾ, ਹੈਰਾਨੀ ਜਨਕੀ ਬਚਨ ਕਿਹਾ ਹੈ। ਦੂਸਰ ਕੀਨ ਰਾਗ ਪ੍ਰਾਰੰਭਾ। ਦਸਤਗੀਰ ਪੀਰ ਜੀ ਹੋਰ ਵੀ ਸੁਣੋ ਨਾ ਕੀ ਕੀਤਾ।
ਦੂਸਰਾ ਉਹਨਾਂ ਦਾ ਇੱਕ ਸਾਥੀ ਪਾਸ ਬੈਠਾ ਸੀ, ਉਹਨੇ ਸਾਜ਼ ਲੈ ਕੇ ਰਬਾਬ ਤੇ ਰਾਗ ਆਰੰਭ ਕਰ ਦਿੱਤਾ। ਤਮਨੇ ਸਗਰੇ ਦੇਸ ਮਝਾਰੀ, ਕਿਉਂਕਿ ਤੁਸਾਂ ਨੇ ਸਾਰੇ ਆ ਬਗਦਾਦ ਦੇ ਇਲਾਕੇ ਦੇ ਵਿੱਚ ਕਰਨ ਸਰੋਦ ਕੀਨ ਹਟਕਾਰੀ। ਜਿਹੜਾ ਰਾਗ ਵਿੱਚ ਪਾ ਕੇ ਕੋਈ ਗਾਉਣਾ ਗੁਣਾ ਉਹ ਤੁਸਾਂ ਨੇ ਹਟਕਾਰੀ ਕਹੀਏ ਬੰਦ ਕਰਨਾ ਕੀਤਾ, ਹਟਾਉਣਾ ਕੀਤਾ, ਵੀ ਕਿਸੇ ਨੇ ਰਾਗ ਵਿੱਚ ਕੁਝ ਨਹੀਂ ਗਾਉਣਾ ਕਰਨਾ। ਜੇ ਸਮੀਪ ਹੋਏ ਆਇਸ ਭੰਗਾ, ਦੇਖ ਲਓ ਪੀਰ ਜੀ, ਜੇ ਐਵੇਂ ਕੋਲ ਹੋ ਕੇ ਤੁਹਾਡੀ ਕੋਈ ਆਗਿਆ ਭੰਗ ਕਰੀ ਜਾਏਗਾ, ਭਾਵ ਤੁਹਾਡੇ ਕੋਲ ਰਾ ਕੇ ਇਹੋ ਜਿਹੀ ਆਗਿਆ ਤੁਹਾਡੀ ਭੰਗ ਕਰਦਾ ਹੋਏਗਾ, ਇਹ ਦੂਰ ਸੋ ਕਰਨ ਸੰਗਾ। ਫਿਰ ਜਿਹੜੇ ਦੂਰ ਹੈ ਉਹਨਾਂ ਦੀ ਤੇ ਕਿਆ ਹੀ ਗੱਲਾਂ ਬਾਤਾਂ, ਜਿਹੜੇ ਦੂਰ ਹੈ ਉਹ ਤੇ ਸਾਂਗੀ ਕੁਝ ਕਰਨਗੇ, ਨਿਝੱਕ ਹੋ ਕੇ ਕਰਨਗੇ, ਨਿਡਰ ਹੋ ਕੇ ਕਰਨਗੇ, ਉਹ ਨਹੀਂ ਡਰਨਗੇ, ਐਵੇਂ ਬੇਮਰਿਆਦਾ ਕੰਮ ਕਰਨਗੇ ਸਾਰੇ। ਦਿਨ ਪ੍ਰਤ ਤੇਜ ਹੋਏ ਲਗ ਜਾਈ, ਵੀਰ ਜੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਦਿਨ ਪ੍ਰਤ ਨਿਤਾ ਪ੍ਰਤੀ ਤੁਹਾਡਾ ਜਿਹੜਾ ਤੇਜ ਪ੍ਰਤਾਪ ਛੋਟਾ ਹੋ ਜਾਏਗਾ, ਖਤਮ ਹੋ ਜਾਏਗਾ, ਘਟ ਜਾਏਗਾ। ਜੇ ਨਾਤ ਦਾਰਕ ਦੇਹੋ ਦਿਸ ਤਾਈ, ਇਸ ਤਾਈਂ ਜੇ ਤੁਸੀਂ ਉਸ ਹਿੰਦੂ ਫਕੀਰ ਦੇ ਤਾਈਂ ਜਿਹਨੇ ਕਿਹਾ ਵੀ ਪਤਾਲਾ ਪਤਾਲ ਲੱਖ ਆਗਾਸਾ ਆਗਾਸ, ਜੇ ਤੁਸੀਂ ਉਹਨੂੰ ਉਹਦੇ ਵਾਸਤੇ ਪ੍ਰਬੰਧ ਨਾ ਕੀਤਾ, ਸਜ਼ਾ ਦੰਡ ਨਾ ਦੇਣਾ ਕੀਤਾ, ਜੇ ਤੁਸੀਂ ਸਜ਼ਾ ਨਾ ਦਿਓਗੇ ਤੇ ਕਹਿੰਦੇ ਫਿਰ ਤੇ ਬਹੁਤ ਤੁਹਾਡਾ ਤੇਜ ਪ੍ਰਤਾਪ ਘਟ ਜਾਏਗਾ। ਇਸ ਫਕੀਰ ਨੇ ਕੁਫਰ ਉਚਾਰਾ, ਇਸ ਫਕੀਰ ਨੇ ਜੋ ਕੁਫਰ ਉਚਾਰਿਆ ਝੂਠ, ਲਾਇਕ ਹੈ ਸਜਾਏ ਇਹੋ ਭਾਰਾ। ਇਹ ਫਕੀਰ ਹਿੰਦੂ ਭਾਰੀ ਸਜ਼ਾ ਦੇ ਲਾਇਕ ਜੋਗ ਹੈ ਪੀਰ ਜੀ। ਜੋ ਇਸ ਕੋ ਬਰਜਹ ਨਹ ਅਬਹੀ, ਜੇ ਤੁਸੀਂ ਇਸ ਨੂੰ ਹੁਣ ਨਾ ਰੋਕੋਗੇ, ਮੁਸਲਮਾਨ ਕਾਫਰ ਹੈ ਸਭ ਹੀ, ਸਾਰੇ ਮੁਸਲਮਾਨ ਹੀ ਕਾਫਰ ਹੋ ਜਾਣਗੇ, ਉਹ ਵੀ ਹਿੰਦੂਆਂ ਨਾਲ ਮਿਲ ਕੇ ਹਿੰਦੂ ਹੀ ਬਣ ਜਾਣਗੇ। ਦਸਤਗੀਰ ਸੁਨ ਕੈ ਸਚੇਰਾ, ਦਸਤਗੀਰ ਪੀਰ ਐਸਾ ਝਗੜੇ ਦਾ ਬਚਨ ਸੁਣ ਕੇ ਝਗੜੇ ਝੇਮੇ ਦਾ, ਮਨ ਮੈਂ ਕੀਨਾ ਕ੍ਰੋਧ ਕਨੇਰਾ, ਮਨ ਵਿੱਚ ਬੜਾ ਕ੍ਰੋਧ ਕੀਤਾ, ਅੱਗ ਵਰੋਲਾ ਹੋ ਗਿਆ। ਆਇਸ ਸਗਰੇ ਨਗਰ ਪਠਾਈ, ਇਹ ਸਾਰੇ ਬਗਦਾਦ ਸ਼ਹਿਰ ਨਗਰੀ ਦੇ ਵਿੱਚ ਖਬਰ ਆਪਣੀ ਆਗਿਆ ਪਹੁੰਚਾਈ, ਖਬਰ ਪਹੁੰਚਾਈ ਹੈ। ਸੰਗ ਸਾਰ ਤਿਸ ਕਰੀਏ ਜਾਈ, ਕਿਆ ਵੀ ਸਾਰੇ ਆਓ ਛੇਤੀ ਨਾਲ, ਜਿਸ ਤਾਂ ਉਹ ਬੈਠਾ ਹਿੰਦੂ ਫਕੀਰ ਜਾ ਕੇ ਉਹਦੀ ਸੰਗਸਾਰ ਕਰੀਏ, ਸੰਗਸਾਰ ਕਰਕੇ ਉਹਦੀ ਮੌਤ ਕਰ ਦਈਏ, ਭਾਵ ਵੱਟੇ ਮਾਰ ਮਾਰ ਕੇ ਉਹਨੂੰ ਮਾਰ ਦੇਣਾ ਕਰੀਏ। ਸਭ ਚਲ ਜਾਹੋ ਨਾ ਲਾਵਹੁ ਦੇਰਾ, ਸਾਰੇ ਚਲੇ ਜਾਓ, ਕੋਈ ਦੇਰੀ ਨਾ ਲਾਓ, ਤਗੜਿਆਂ ਹੋ ਕੇ ਪੱਥਰ ਮਾਰੋ ਉਹਨੂੰ। ਹੁਕਮ ਭੰਗ ਕੀਨਾ ਤਿਹ, ਹੁਕਮ ਭੰਗ ਕੀਨਾ ਤਿਨ ਮੇਰਾ, ਕਿਉਂਕਿ ਉਸ ਫਕੀਰ ਹਿੰਦੂ ਨੇ ਮੇਰਾ ਹੁਕਮ ਭੰਗ ਕੀਤਾ ਹੈ। ਵਹਿ ਦੂਰ ਜਿਨ ਕੀਨ ਵੀ ਡਿਠਾਈ, ਉਹਨੇ ਤੇ ਬੜਾ ਮੇਰੇ ਕੋਲ ਹੋ ਕੇ ਢੀਠਤਾਈ ਕੀਤੀ ਹੈ। ਦੂਰ ਭਏ ਤੇ ਕਸ ਡਰ ਪਾਈ, ਜਦੋਂ ਦੂਰ ਹੋ ਗਏ ਫਿਰ ਕਿਸ ਤਰ੍ਹਾਂ ਡਰ ਪਾਉਣਗੇ, ਫਿਰ ਤੇ ਮਨਾਈਆਂ ਕਰਨਗੇ ਜ਼ਰੂਰ, ਜਿਹੜੇ ਇੱਥੇ ਨਹੀਂ ਡਰ ਰਹੇ। ਇਹ ਬਗਦਾਦ ਜੋ ਥਾਨ ਮਹਾਨਾ, ਕਿਉਂਕਿ ਜਿਹੜਾ ਬਗਦਾਦ ਦੇਸ਼ ਸ਼ਹਿਰ ਹੈ ਇਹ ਬੜਾ ਮਹਾਨ ਸਥਾਨ ਹੈ ਦੂਜੇ ਥਾਵਾਂ ਨਾਲੋਂ। ਤੁਰਕਾਨੇ ਕੋ ਵੱਡੋ ਟਿਕਾਨਾ, ਤੁਰਕਾਨਾ ਭਾ ਮੁਸਲਮਾਨਾਂ ਦਾ ਪੀਰਾਂ ਦਾ ਵੱਡਾ ਟਿਕਾਣਾ ਇਹ ਬਗਦਾਦ ਸ਼ਹਿਰ। ਜੇਕਰ ਇਹਾਂ ਅਵਗਿਆ ਹੋਈ, ਜੇਕਰ ਇੱਥੇ ਅਵਗਿਆ ਨਰਾਦਰੀ ਹੋ ਗਈ, ਕੌਣ ਮੇਰੇ ਯਾਦ ਰੱਖੈ ਨਹ ਕੋਈ, ਫਿਰ ਕੋਈ ਨਹੀਂ ਮਰਿਆਦਾ ਰੱਖੇਗਾ। ਸਾਰੇ ਆ ਕਹਿਣਗੇ ਪਤਾਲ ਵੀ ਲੱਖਾਂ ਹੈ, ਆਕਾਸ਼ ਲੱਖਾਂ ਹੈ, ਰਾਗ ਵਿੱਚ ਵੀ ਗਾਉਣਗੇ ਸਾਰੇ। ਦਸਤਗੀਰ ਕੀ ਆਇਸ ਪਾਏ, ਇਹ ਦਸਤਗੀਰ ਪੀਰ ਦੀ ਆਗਿਆ ਪਾ ਕੇ ਸਾਰੇ ਮਰੀਦ ਚੇਲੇ ਲੋਕ, ਬਾਲਕ ਬੁੱਢੇ ਤਰਨੇ ਧਾਏ, ਆ ਬੱਚੇ ਵੀ ਬੁੱਢੇ ਵੀ ਜਵਾਨ ਵੀ ਦੌੜੇ ਐ ਸਤਿਗੁਰੂ ਵੱਲ। ਇੱਕ ਇੱਕ ਵਾਹਨ ਸਭ ਕਰ ਲੀਨਾ, ਇੱਕ ਇੱਕ ਜਿਹੜਾ ਪੱਥਰ ਹੈ ਸਾਰਿਆਂ ਨੇ
ਹੱਥ ਵਿੱਚ ਲੈ ਲਿਆ। ਚਲਨ ਲਗੇ ਵੱਡ ਰੌਰਾ ਕੀਨਾ। ਚੱਲਣ ਲੱਗਿਆ ਬੜਾ ਰੌਲਾ ਪਾਉਣਾ ਕੀਤਾ ਵੀ ਖੁਦਾ ਕਸਮ ਮਾਰ ਦੇਂਗੇ। ਸ੍ਰੀ ਨਾਨਕ ਸੁਨ ਕੈ ਤਿਹ ਕਾਲਾ। ਗੁਰੂ ਨਾਨਕ ਸਾਹਿਬ ਜੀ ਇਹਨਾਂ ਦਾ ਰੌਲਾ ਸੁਣ ਕੇ ਵੀ ਯਾਰੇ ਮਾਰੋ ਮਾਰੋ ਕਰ ਰਹੇ ਐ। ਉੱਚੀ ਦੀਨੀ ਬਾਂਗ ਵਿਸਾਲਾ। ਗੁਰੂ ਸਾਹਿਬ ਨੇ ਬੜੀ ਉੱਚੀ ਸਾਰੀ ਜਿਹੜੀ ਹੈ ਬਾਂਗ ਦਿੱਤੀ ਹੈ। ਜਿਵੇਂ ਆ ਮੁਸਲਮਾਨ ਦਿੰਦੇ ਨਾ ਬਾਂਗ ਨਮਾਜ਼ ਪੜ੍ਹਨ ਤੋਂ ਪਹਿਲਾਂ, ਸਤਿਗੁਰੂ ਜੀ ਨੇ ਉੱਥੇ ਫਿਰ ਬਾਂਗ ਦਿੱਤੀ ਹੈ ਗੁਰਮਤਿ ਦੇ ਅਨੁਸਾਰੀ ਹੋ ਕੇ। ਨਿਰੰਕਾਰ ਸਤਿ ਸ੍ਰੀ ਅਕਾਲਾ। ਹੇ ਨਿਰੰਕਾਰ ਸਤਿ ਸ੍ਰੀ ਅਕਾਲ। ਗੁਰ ਪਰ ਏਕ ਓੰਕਾਰ ਕਿਰਪਾਲਾ। ਗੁਰ ਪਰ ਇੱਕ ਓੰਕਾਰ ਕਰ ਪਰਮੇਸ਼ਰ ਕਿਰਪਾਲ ਦਿਆਲੂ ਗੁਰੂ ਜੀ ਪਰਮਾਤਮਾ ਜੀ। ਸੁਨ ਕਰ ਬਾਂਗ ਸਰਬ ਨਰ ਨਾਰੀ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਇਵੇਂ ਲਿਖੀ ਹੈ। ਭਾਈ ਮਣੀ ਸਿੰਘ ਦੀ ਜਿਹੜੀ ਪੁਰਾਤਨ ਜਨਮ ਸਾਖੀ ਹੈ, ਜੋ ਸਤਿਗੁਰੂ ਜੀ ਨੇ ਉੱਥੇ ਐਵੇਂ ਬਾਂਗ ਦਿੱਤੀ, ਜਿਵੇਂ ਮੁਸਲਮਾਨ ਨਮਾਜ਼ ਪੜ੍ਹਨ ਤੋਂ ਪਹਿਲਾਂ ਬਾਂਗ ਦਿੰਦੇ ਆ, ਉੱਚੀ ਸਾਰੀ ਬੋਲਦੇ ਆ, ਉਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿਹੜੀ ਉੱਥੇ ਬਾਂਗ ਦਿੱਤੀ ਉਹ ਇਹ ਹੈ ਕਿ ਗੁਰ ਬਰ ਆਕਾਲ ਸਤਿ ਸ੍ਰੀ ਅਕਾਲ। ਚਿਤ ਚਰਨ ਨਾਮ ਘਰ ਘਰ ਪ੍ਰਣਾਮ। ਪ੍ਰਭ ਕਿਰਪਾਲ ਜੋ ਸਰਬ ਜੀਵਾਲ। ਇਹ ਸਤਿਗੁਰੂ ਜੀ ਨੇ ਉੱਥੇ ਜਦੋਂ ਇਹਨਾਂ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਆਏ ਸਾਰੇ, ਗੁਰੂ ਸਾਹਿਬ ਜੀ ਨੇ ਕਿਹਾ ਗੁਰ ਬਰ ਆਕਾਲ ਸਤਿ ਸ੍ਰੀ ਅਕਾਲ। ਇਹ ਜਿਹੜਾ ਸ਼ਬਦ ਚਿਤ ਚਰਨ ਨਾਮ ਘਰ ਘਰ ਪ੍ਰਣਾਮ ਪ੍ਰਭ ਕਿਰਪਾਲ ਜੋ ਸਰਬ ਜੀਵਾਲ, ਇਹ ਇੱਥੇ ਸਤਿਗੁਰੂ ਜੀ ਨੇ ਬਾਂਗ ਦਿੱਤੀ ਸੀ। ਸੁਨ ਕਰ ਬਾਂਗ ਸਰਬ ਨਰ ਨਾਰੀ। ਇਹ ਸਤਿਗੁਰੂ ਜੀ ਦਾ ਐਸਾ ਚੜ੍ਹਦੀ ਕਲਾ ਵਾਲਾ ਆਵਾਜ਼ਾਂ ਸੁਣ ਕੇ ਜਿਹੜੇ ਸਾਰੇ ਇਸਤਰੀਆਂ ਮਰਦ ਬੱਚੇ ਬੁੱਢੇ ਸਨ, ਸੁਨ ਮਨ ਹੋਏ ਇੱਕ ਵਾਰੀ। ਇੱਕ ਵਾਰੀ ਤਾਂ ਸਾਰੇ ਕਹਿੰਦੇ ਸੁੰਨ ਮਸੁੰਨ ਹੋ ਗਏ, ਸਾਰੇ ਮੂਰਛਤ ਹੋ ਕੇ ਧਰਤੀ ਤੇ ਡਿੱਗ ਪਏ। ਜਬ ਹੈ ਬਿਲੋਕੀ ਅਜ਼ਮਤ ਤੀਨਾ। ਜਦੋਂ ਸਤਿਗੁਰੂ ਜੀ ਦੀ ਇਹ ਬੜੀ ਤਕੜੀ ਤਾਕਤ ਦੇਖੀ ਹੈ। ਆਪ ਹੈ ਪੀਰ ਪਿਆਨਾ ਕੀਨਾ। ਉਸ ਵੇਲੇ ਇਸ ਪੀਰ ਨੇ ਦਸਤਗੀਰ ਨੇ ਆਪਣੇ ਆਪ ਹੀ ਚੱਲਣਾ ਕੀਤਾ, ਮੈਂ ਜਾਨਾ ਹੁਣ। ਮਾਨਵ ਬ੍ਰਿੰਦ ਲਿਏ ਮਾਨਵ ਬ੍ਰਿੰਦ ਲੇ ਨਿਜ ਸੰਗਾ। ਜਿਹੜੇ ਬਹੁਤ ਆਪਣੇ ਚੇਲੇ ਚਾਚੜੇ ਮਰੀਦ ਨਾਲ ਲਏ। ਜੀਤਨ ਆਇਓ ਹਿਰਦਾ ਉਮੰਗਾ। ਹਿਰਦੇ ਵਿੱਚ ਉਤਸ਼ਾਹ ਕਰਕੇ ਨਾ ਵੀ ਮੈਂ ਜਿੱਤ ਲਵਾਂਗਾ। ਗੁਰੂ ਨਾਨਕ ਸਾਹਿਬ ਜੀ ਨੂੰ ਬੜਾ ਚਾਅ ਉਤਸ਼ਾਹ ਨਾਲ ਆਇਆ ਅੱਗੇ ਵੱਧ ਕੇ। ਨਿਜ ਅਜ਼ਮਤ ਜੜਤਾ ਸਭ ਕੇਰੀ। ਜਿਹੜੀ ਆਪਣੀ ਸ਼ਕਤੀ ਨਾਲ ਸਾਰਿਆਂ ਦੀ ਜਿਹੜੀ ਜੜਤਾ ਮੂਰਛਤ ਬੇਹੋਸ਼ ਬੁਣਾ ਸੀ। ਦਸਤਗੀਰ ਹਰ ਦੀ ਬਿਨ ਦੇਰੀ। ਬਿਨਾਂ ਦੇਰੀ ਤੋਂ ਹੀ ਦਸਤਗੀਰ ਨੇ ਆਪਣੀ ਤਾਕਤ ਸ਼ਕਤੀ ਨਾਲ ਸਭ ਦੀ ਨਾਸ ਕਰ ਦਿੱਤੀ ਮੂਰਛਤਾ। ਗਰਭ ਚਲਾ ਜਹਾਂ ਸਮਾਤਨ ਕੇਤੂ। ਬੜੇ ਹੰਕਾਰ ਦੇ ਨਾਲ ਚੱਲਿਆ ਇਹ ਦਸਤਗੀਰ ਪੀਰ, ਜਿੱਥੇ ਸ੍ਰੇਸ਼ਟ ਮਤ ਦੇ ਘਰ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਬਿਰਾਜਮਾਨ ਹਨ। ਭਾਨ ਤੇਜ ਹਰ ਚਾਹ ਖਦਿਓ ਤੂ। ਇਹ ਤੇ ਕਿਵੇਂ ਹੋਵੇ ਗੱਲ ਹੈ ਵੀ ਜਿਵੇਂ ਟਟਾਣਾ ਜਿਹੜਾ ਹੈ ਨਾ ਜੁਗਣੂ, ਉਹ ਚਾਹੇ ਵੀ ਮੈਂ ਸੂਰਜ ਦਾ ਤੇਜ ਪ੍ਰਤਾਪ ਨਾਸ ਕਰ ਦਿਆਂਗਾ, ਉਹ ਕਰ ਨਹੀਂ ਸਕਦਾ। ਸਭ ਇੱਕ ਬਾਰ ਆਏ ਚੌਫੇਰੇ। ਉਦੋਂ ਸਾਰੇ ਉੱਠ ਕਰਕੇ ਵੀ ਸਾਡਾ ਪੀਰ ਵੀ ਆ ਗਿਆ, ਹੁਣ ਇਕੱਠੇ ਹੋ ਗਏ ਆ। ਇੱਕੇ ਵਾਰੀ 4 ਚੁਫੇਰੇ ਮਹਾਰਾਜ ਦੇ ਆ ਗਏ ਇਕੱਠਿਆਂ ਹੋ ਕੇ ਬਗਦਾਦ ਦੇ ਲੋਕ। ਹਿਤ ਮਾਰਨ ਕੀ ਭੁਜਾ ਉਚੇਰੇ। ਗੁਰੂ ਸਾਹਿਬ ਨੂੰ ਪੱਥਰ ਮਾਰਨ ਵਾਸਤੇ ਆਪਣੀਆਂ ਬਾਹਾਂ ਉੱਚੀਆਂ ਜਿਹੀਆਂ ਕੀਤੀਆਂ, ਖੜੀਆਂ ਕੀਤੀਆਂ। ਇੱਕ ਇੱਕ ਪਾਹਨ ਸਭ ਕਰ ਮਾਹੀ। ਇੱਕ ਇੱਕ ਜਿਹੜਾ ਪੱਥਰ ਹੈ ਨਾ ਸਾਰਿਆਂ ਦੇ ਹੱਥਾਂ ਵਿੱਚ ਸੀ। ਅਨ ਗਨ ਮਾਨਵ ਗਿਣਤੀ ਨਾਹੀ। ਅਨਗਨ ਮਾਨਵ ਕਹਿੰਦੇ ਅਣਗਿਣਤੀ ਮਨੁੱਖ ਸਨ, ਗਿਣਤੀ ਨਹੀਂ ਸੀ, ਬੇਹਿਸਾਬੇ ਲੋਕ ਸਨ ਬਗਦਾਦ ਸ਼ਹਿਰ ਦੇ ਇਕੱਠੇ ਹੋਏ। ਜਬ ਮਨ ਵਿਖਿਆ ਚਾਹਤ ਸਭ ਮਾਰਾ। ਜਦੋਂ ਹੀ ਮਨ ਵਿੱਚ ਸਾਰਿਆਂ ਨੇ ਚਾਹਿਆ ਨਾ ਵੀ ਅਸੀਂ ਮਾਰਨਾ ਸਤਿਗੁਰੂ ਜੀ ਨੂੰ, ਪੱਥਰ ਮਾਰਨੇ, ਇਹ ਚਾਹਿਆ ਹੈ। ਤਿਹ ਸ਼ਨ ਸਿਰੀ ਪ੍ਰਭ ਕੀਨ ਹੰਕਾਰਾ। ਉਸ ਸਮੇਂ ਗੁਰੂ ਸਾਹਿਬ ਜੀ ਨੇ ਜਿਹੜਾ ਹੁੰਗਾਰਾ ਜਿਹਾ ਮਾਰਿਆ, ਖੁੰਘਾਰਾ ਜਿਹਾ ਮਾਰਿਆ ਹੈ। ਠਾਂਡੀ ਰਹੀ ਉਚੇਰੀ ਬਾਹੈ। ਇਵੇਂ
ਕਹਿੰਦੇ ਜਦੋਂ ਮਨ ਹੰਕਾਰਾ ਜਾਂ ਮਾਰਨ ਐਵੇਂ ਕੀਤਾ ਹੈ, ਜਿਵੇਂ ਕਰਦੇ ਹੁੰਦੇ ਕਈ ਬਜ਼ੁਰਗ, ਉੱਦਾਂ ਸਤਿਗੁਰੂ ਜੀ ਨੇ ਕੀਤਾ। ਸਾਰਿਆਂ ਦੀ ਕਹਿੰਦੇ ਬਾਹਾਂ ਖੜੀਆਂ ਹੀ ਰਹਿ ਗਈਆਂ ਉੱਥੇ। ਉਤਰਹਿ ਤਰ ਨਾ ਉਤਾਰਿਓ ਚਾਹੈ। ਉਹ ਬਾਹਾਂ ਠਾਹ ਲਾਉਂਦੇ ਲੱਥਦੀਆਂ ਹੀ ਨਹੀਂ ਹੈ, ਤਾਂ ਹੀ ਖੜੀਆਂ ਹੋ ਗਈਆਂ ਡੰਡਿਆਂ ਵਾਂਗ। ਕਾਸ਼ਟ ਕੇ ਸਮਾਨ ਸੋ ਗਾਡੀ। ਲੱਕੜਾਂ ਵਾਂਗ ਗੱਡੀਆਂ ਗਈਆਂ ਸਿੱਧੀਆਂ ਤਗੜੀਆਂ ਤਗੜੀਆਂ, ਜਿਵੇਂ ਲੱਕੜ ਗੱਡੀ ਹੋਵੇ ਤਾਂ ਹਿਲਦੀ ਨਹੀਂ ਨਾ ਕਿਸੇ ਪਾਸੇ, ਐਵੇਂ ਕਹਿੰਦੇ ਲੱਕੜ ਜਿਵੇਂ ਗੱਡੀ ਹੁੰਦੀ ਹੈ, ਇਵੇਂ ਬਾਹਾਂ ਲੱਕੜ ਦੇ ਸਮਾਨ ਹੀ ਗੱਡੀਆਂ ਗਈਆਂ ਤਗੜੀਆਂ, ਖੜੀਆਂ ਹੀ ਰਹਿ ਗਈਆਂ ਤਾਂ ਹੀ। ਬਿਸਮ ਰਹੇ ਸਭ ਪੀਰਾ ਬਾਡੀ। ਐਵੇਂ ਸਾਰੇ ਹੀ ਹੈਰਾਨ ਹੋ ਕੇ ਰਹਿ ਗਏ ਵੀ ਸਾਡੀ ਬਾਂਹ ਕਿਉਂ ਨਹੀਂ ਠਾਂ ਹੋ ਰਹੀ, ਬੜੀ ਪੀੜਾ ਵਧੀ ਹੈ ਸਭ ਦੀ। ਦਸਤਗੀਰ ਆਪਣੀ ਤਿਹ ਕਾਲਾ। ਉਸ ਵੇਲੇ ਦਸਤਗੀਰ ਪੀਰ ਆਪਣੀ ਕਰਾਮਾਤ ਕਰ ਰਹਿਓ ਵਿਸਾਲਾ। ਜਿਹੜੀ ਤਾਕਤ ਸ਼ਕਤੀ ਹੈ ਨਾ, ਉਹਨੂੰ ਬਹੁਤ ਲਗਾਉਣੀ ਕਰ ਰਿਹਾ ਸਤਿਗੁਰੂ ਜੀ ਦੀ ਤਾਕਤ ਉੱਪਰ। ਕਛੂ ਨਾ ਲੱਗੀ ਰਹਿਓ ਪਚਹਾਰੀ। ਇਹਦੀ ਇਹ ਗੁਰੂ ਸਾਹਿਬ ਜੀ ਦੀ ਤਾਕਤ ਆਪਣੀ ਤਾਕਤ ਲਾ ਰਿਹਾ, ਕੁਛ ਵੀ ਕਹਿੰਦੇ ਦੀ ਤਾਕਤ ਨਹੀਂ ਲੱਗੀ, ਤੇ ਵਿਚਾਰਾ ਹਾਰ ਹੰਬ ਕੇ ਥੱਕ ਕੇ ਹੀ ਰਹਿ ਗਿਆ। ਮਨ ਜਾਣੇ ਆਪਣੇ ਤੇ ਭਾਰੀ। ਆਪਣੇ ਫਿਰ ਇਹਨੇ ਮਨ ਵਿੱਚ ਜਾਣ ਲਿਆ, ਸਮਝ ਲਿਆ ਵੀ ਮਨਾ ਕਿੱਥੇ ਤੂੰ ਪੰਗੇ ਲੈਣਾ ਹੈ, ਤੇਰੇ ਤੋਂ ਭਾਰੀ ਹੈ ਤਾਕਤ ਦੇ ਵਿੱਚ ਗੁਰੂ ਨਾਨਕ ਸਾਹਿਬ, ਕਿ ਕਿਸੇ 'ਚ ਕੋਈ ਸ਼ਕਤੀ ਹੈ, ਕਿਸੇ 'ਚ ਕੋਈ ਸ਼ਕਤੀ ਹੈ। ਪਰ ਗੁਰੂ ਨਾਨਕ ਸਾਹਿਬ ਦੇ ਅਨੰਤ ਕਲਾ ਲੈ ਠਾਕੁਰ ਚੜ੍ਹਿਆ। ਪਰਮਾਤਮਾ ਆਪ ਹੀ ਸ਼ਕਤੀਆਂ ਬੇਅੰਤ ਲੈ ਕੇ ਕਲਯੁਗ 'ਚ ਆਏ ਹੈ, ਤੇ ਜਾਣ ਲਿਆ ਵੀ ਤੇਰੇ ਤੋਂ ਭਾਰੀ ਹੈ ਗੁਰੂ ਨਾਨਕ ਸਾਹਿਬ ਦੀ ਸ਼ਕਤੀ। ਜਿਉ ਅਡਲਪ ਸੋ ਕਰਮ ਮਜੇਜਾ। ਕਹਿੰਦੇ ਵੀ ਜਿਵੇਂ ਤਾਰਾ ਛੋਟਾ ਜਿਹਾ ਹੋਵੇ ਤੇ ਉਹ ਕੀ ਕਰੇ, ਮਜੇਜਾ ਹੰਕਾਰ ਕਰੇ। ਜਾਂ ਇੱਥੇ ਉੱਡਦਾ ਅਰਥ ਤਾਰਾ ਹੀ ਹੁੰਦਾ ਹੈ, ਜਾਂ ਭਾਵ ਅਰਥ ਨਾਲ ਵੀ ਜਿਉਂ ਟਟਹਿਣਾ ਛੋਟਾ ਜਿਹਾ ਤੇ ਉਹ ਕਰੇ ਮਜੇਜਾ ਹੰਕਾਰ ਕਰੇ। ਸਵਤਾ ਕੋ ਦਬਾਏ ਦਿਉ ਤੇਜਾ। ਵੀ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਨਾਲ ਮੈਂ ਦਬਾ ਹੀ ਦੇਣਾ, ਮੈਂ ਸੂਰਜ ਦੀ ਰੋਸ਼ਨੀ ਪੈਣ ਦੇਣੀ ਨਹੀਂ। ਤੇ ਐਵੇਂ ਜਿਹਦੀ ਫੜ ਕੇ ਬਹਿ ਜੀ ਟਟਹਿਣਾ, ਤੇ ਟਟਹਿਣਾ ਕੀ ਕਰ ਸਕਦਾ, ਕਿੱਥੇ ਸੂਰਜ ਕਿੱਥੇ ਟਟਹਿਣਾ। ਤਨਕ ਬਗੂਰਾ ਔਰ ਗਰਬਾਇਓ। ਜਿਵੇਂ ਕਹਿੰਦੇ ਵੀ ਬਗੂਰਾ ਵਾਵ ਰੋਲਾ ਹ੍ਰਿਦੇ ਵਿੱਚ ਹੰਕਾਰ ਜਿਹਾ ਕਰ ਲਵੇ। ਸਬਲ ਅੰਧੇਰੀ ਸਨਮੁਖ ਜਾਇਓ। ਸਬਲ ਅੰਧੇਰੀ ਵੀ ਜਿਹੜੀ ਬਹੁਤ ਬਲ ਦੇ ਸਹਿਤ ਅੰਨੀ ਹਨੇਰੀ ਹੋਵੇ ਤੇਜ, ਉਹਦੇ ਸਨਮੁਖ ਜਾਣਾ ਚਾਹੇ, ਹ੍ਰਿਦੇ ਵਿੱਚ ਹੰਕਾਰ ਕਰਕੇ। ਜਿਹੜਾ ਵਾਵ ਰੋਲਾ ਉੱਧਰ ਹਨੇਰੀ ਬੜੀ ਤੇਜ਼ ਹੈ, ਉਧਰੋਂ ਵਾਵ ਰੋਲਾ ਭੂਤਰਿਆ ਫਿਰੇ। ਤਿਉ ਕਰ ਗੁਨਹ ਨਾ ਜੀਤਿਓ ਜਾਈ। ਤੇ ਉਹ ਵਿਚਾਰਾ ਵਾਵ ਰੋਲਾ ਕੀ ਕਰ ਸਕਦਾ, ਤਿਵੇਂ ਨੇ ਵਿਚਾਰ ਕਰਕੇ ਨਾ ਦਸਤਗੀਰ ਪੀਰ ਨੇ ਵੀ ਮੇਰੇ ਕੋਲ ਨਹੀਂ ਜਿੱਤੇ ਜਾਣੇ ਗੁਰੂ ਨਾਨਕ ਸਾਹਿਬ, ਮੈਂ ਤੇ ਵਾਵ ਰੋਲਾ ਤੇ ਗੁਰੂ ਸਾਹਿਬ ਜੀ ਤੇਜ਼ ਬਲ ਵਾਲੀ ਹਨੇਰੀ ਹੈ, ਮੈਂ ਤੇ ਟਟਹਿਣਾ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗ ਹੈ, ਮੈਂ ਕੀ ਕਰ ਸਕਦਾ। ਇਉਂ ਵਿਚਾਰ ਕੇ ਕਹਿੰਦਾ ਵੀ ਤੇਰੇ ਕੋ ਨਹੀਂ ਜਿੱਤੇ ਜਾਣੇ ਦਸਤਗੀਰਾ। ਅਬ ਬੋਲਨ ਮਹਿ ਦਿਓ ਹਰਾਈ। ਕਹਿੰਦਾ ਵੀ ਹੁਣ ਤੇ ਇੱਕੋ ਹੀ ਢੰਗ ਹੈ, ਬੋਲਣ ਵਿੱਚ ਮੈਂ ਬੜਾ ਸਿਆਣਾ, ਐਵੇਂ ਹਰਾ ਦਿਆਂਗਾ। ਆਸ ਵਿਚਾਰ ਕਾ ਗਇਓ ਸਮੀਪਾ। ਇਸ ਤਰ੍ਹਾਂ ਵਿਚਾਰ ਕੇ ਸਤਿਗੁਰੂ ਜੀ ਦੇ ਕੋਲ ਚਲਾ ਗਿਆ ਪੀਰ ਦਸਤਗੀਰ। ਬੈਠਿਓ ਜਹ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ ਬੈਠੇ ਹੋਏ ਸਨ। ਕਹਿਤ ਭਇਓ ਤੂੰ ਕੁਫਰ ਅਲਾਵਾ। ਕਹਿਣ ਲੱਗੋ ਹਿੰਦੂ ਫਕੀਰਾ ਤੂੰ ਝੂਠ ਕਿਹਾ ਹੈ। ਕੋ ਹੈ ਤੂੰ ਕਿਹ ਤੇ ਚੱਲ ਆਵਾ। ਕੌਣ ਹੈ ਤੂੰ ਤੇ ਕਿੱਥੋਂ ਚੱਲ ਕੇ ਆਇਆ ਏਡਾ ਝੂਠਾ। ਕਰਾਮਾਤ ਕਰ ਵੱਡੀ ਦਿਖਾਈ। ਕਿਵੇਂ ਤੂੰ ਜਿਹੜੀ ਤਾਕਤ ਆਪਣੀ ਵੱਡੀ ਕਰਕੇ ਦਿਖਾਈ, ਸਭ ਦੀਆਂ ਬਾਹਾਂ ਖੜੀਆਂ ਰਹਿਣ ਦਿੱਤੀਆਂ। ਲੱਖ ਪਤਾਲ ਨਭ ਖਬਰ ਸੁਣਾਈ। ਉਹ ਝੂਠੇ ਤੂੰ ਲੱਖਾਂ ਪਤਾਲ ਆਕਾਸ਼ਾਂ ਦੀਆਂ ਖਬਰਾਂ ਸੁਣਾਉਂਦਾ ਫਿਰਦਾ ਇੱਥੇ ਆ ਕੇ। ਪੁਨ ਸਰੋਦ ਮਨ ਚੰਚਲ ਕਰਈ। ਹੋਰ ਤੇ ਹੋਰ ਜਿਹੜਾ ਰਾਗ ਹੈ, ਸਾਜ ਹੈ, ਮਨ ਨੂੰ ਚੰਚਲ ਕਰਦਾ ਹੈ। ਸੋ ਗਾਵਨ ਕੇ ਕਿਉ ਅਨਸਰਈ। ਉਹ ਤੂੰ ਗਾਉਣ ਦੀ ਵੀ ਕਿਵੇਂ ਅਨਸਾਰੀ ਹੋਇਆ, ਕਿਵੇਂ ਹਿੰਮਤ ਪੈ ਗਈ ਵੀ ਮੈਂ ਰਾਗ ਵਿੱਚ ਵੀ ਇੱਥੇ ਗਾਣਾ ਬਗਦਾਦ ਆ ਕੇ। ਬੇਮਰਜ਼ਾਦ ਦੋ ਤੈ ਕੀਨਾ। ਬੇਮਰਿਆਦਾ ਹੀ ਦੋਵੇਂ ਕੰਮ ਤੈਨੇ ਕੀਤੇ ਹੈ।
ਵੀ ਇੱਕ ਤੇ ਕਹਿਤਾ ਵੀ ਲੱਖਾਂ ਪਤਾਲ ਲੱਖਾਂ ਆਕਾਸ਼, ਇਹ ਝੂਠ ਬੋਲ ਦਿੱਤਾ। ਦੂਸਰਾ ਜਿਹੜਾ ਰਬਾਬ ਦੀ ਇੱਥੇ ਮਨਾਹੀ ਕੀਤੀ ਰਾਗ ਵਜਾਉਣ ਦੀ, ਤੇ ਤੁਸੀਂ ਰਾਗ ਵਜਾ ਦਿੱਤਾ। ਬੇਮਰਿਆਦਾ ਹੀ ਤੁਸਾਂ ਨੇ ਉਲਟੀਆਂ ਦੋਵੇਂ ਗੱਲਾਂ ਕੀਤੀਆਂ। ਜਾਂ ਤੇ ਹਮ ਦਰਵੇਸ਼ ਨਾ ਚੀਨਾ। ਇਸੇ ਕਰਕੇ ਜਿਹੜਾ ਹੈਗਾ ਇਹ ਮਰਿਆਦਾ ਤੋਂ ਉਲਟਾ, ਉਹਨੂੰ ਅਸੀਂ ਕੀ ਜਾਣੀਏ, ਅਸੀਂ ਤੁਹਾਨੂੰ ਦਰਵੇਸ਼ ਨਹੀਂ ਜਾਣਿਆ, ਵੀ ਤੁਸੀਂ ਕੋਈ ਦਰਵੇਸ਼ ਨਹੀਂ ਖੁਦਾ ਦੇ। ਇਨਕੇ ਉੱਤਰ ਆਪ ਉਚਾਰੋ। ਆ ਜਿਹੜੀਆਂ ਦੋ ਗੱਲਾਂ ਕਹੀਆਂ ਨਾ ਵੀ ਤੁਸੀਂ ਲੱਖਾਂ ਪਤਾਲ ਆਕਾਸ਼ ਕਿਵੇਂ ਕਹਿ ਦਿੱਤੇ ਆ, ਇਹਦਾ ਵੀ ਉੱਤਰ ਦਿਓ। ਤੇ ਜਿਹੜਾ ਆ ਰਾਗ ਤੁਸੀਂ ਛੇੜ ਕੇ ਤੇ ਕੀਰਤਨ ਕੀਤਾ ਨਾ ਰਾਗਾਂ ਵਿੱਚ ਪਾ ਕੇ, ਇਹਦਾ ਵੀ ਕਹਿੰਦਾ ਉੱਤਰ ਉਚਾਰੋ। ਨਾ ਤੁਰ ਦੇਸ਼ ਤੇ ਵਹਿਰ ਸਿਧਾਰੋ। ਨਹੀਂ ਤੇ ਬਗਦਾਦ ਸ਼ਹਿਰ ਤੋਂ ਤੁਸੀਂ ਬਾਹਰ ਚਲੇ ਜਾਓ, ਨਹੀਂ ਤੇ ਆਪ ਹੀ ਕੱਢ ਦਿਆਂਗੇ। ਗੰਜਨ ਗਰਭ ਗੁਰੂ ਗੁਣ ਖਾਨੀ। ਜੋ ਹੰਕਾਰ ਨੂੰ ਨਾਸ ਕਰਨ ਵਾਲੇ ਹਰ ਜੀਓ ਹੰਕਾਰ ਨਾ ਭਾਵਈ, ਐਸੇ ਗੁਰੂ ਨਾਨਕ ਸਾਹਿਬ ਜੋ ਗੁਣਾਂ ਦੀ ਖਾਨ ਹਨ। ਦਸਤਗੀਰ ਸੰਗ ਭਾਖੀ ਬਾਣੀ। ਦਸਤਗੀਰ ਪੀਰ ਨਾਲ ਬਾਣੀ ਬਚਨ ਕਿਹਾ ਮਹਾਰਾਜ ਨੇ। ਜਿਹ ਸਰੋਦਾ ਕੀ ਨਿੰਦ ਉਚਾਰੀ। ਮਹਾਰਾਜ ਕਹਿੰਦੇ ਸਾਨੂੰ ਕੀ ਝੂਠਾ ਕਹਿੰਦੇ ਹੋ ਦਸਤਗੀਰ ਜੀ, ਤੁਸੀਂ ਝੂਠੇ ਲੱਗਦੇ ਹੋ। ਜਿਸ ਰਾਗ ਦੀ ਤੁਸੀਂ ਨਿੰਦਿਆ ਉਚਾਰੀ ਕਹੀ ਹੈ, ਤਿਹ ਕੀ ਰੀਤ ਸਨਾ ਸੁਖਕਾਰੀ। ਉਹਦੀ ਜਿਹੜੀ ਰੀਤੀ ਮਰਿਆਦਾ ਹੈ ਉਹ ਸੁੱਖ ਦੇਣ ਵਾਲੀ, ਸੁੱਖ ਕਰਨ ਵਾਲੀ, ਉਹ ਤਾਂ ਪਹਿਲਾਂ ਸੁਣੋ ਤੁਸੀਂ। ਸ੍ਰੀ ਕਰਤਾਰ ਸਿਫਤ ਮਹਿ ਗਾਵਾ। ਜਿਹੜੀ ਵੀ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਰਾਗਾਂ ਵਿੱਚ ਪਾ ਕੇ ਕੋਈ ਗਾਵੇ, ਬਸ ਜਾਹ ਮਨ ਬਹੁਰ ਕਮਾਵਾ। ਉਹਦਾ ਮਨ ਵਿੱਚ ਵਸ ਜਾਂਦੀ ਵਾਹਿਗੁਰੂ ਦੀ ਸਿਫਤ। ਜਦੋਂ ਕੀਰਤਨ ਵਾਹਿਗੁਰੂ ਦੀ ਸਿਫਤ ਰਾਗਾਂ ਵਿੱਚ ਪਾ ਕੇ ਗਾਵੇ ਨਾ, ਉਹਦਾ ਮਨ ਵਸ ਜਾਂਦਾ ਹੈ। ਮਨ ਵਿੱਚ ਉਹ ਕੀਰਤਨ ਸਿਫਤ ਸਲਾਹ ਵਸ ਜਾਂਦੀ ਹੈ, ਫਿਰ ਉਹ ਕਮਾਉਂਦਾ ਕਮਾਈ ਕਰਦਾ ਹੈ। ਸੁਨਹਿ ਰਾਗ ਰਸ ਲੇਵਨ ਕਾਰਨਾ। ਉਹ ਜਿਹੜਾ ਰਸ ਹੈ ਨਾ, ਗੁਰਮੁਖ ਭਗਤ ਜਨ ਦਰਵੇਸ਼ ਭਗਤ ਪਿਆਰਾ, ਰਸ ਲੈਣ ਦੇ ਵਾਸਤੇ ਰਾਗ ਨੂੰ ਸੁਣਦਾ ਹੈ। ਤਿਸ ਮਹਿ ਹਰ ਨਾਮ ਉਚਾਰਨਾ। ਜਿਸ ਵੀ ਉਸ ਰਾਗ ਵਿੱਚ ਜੇ ਹਰੀ ਦੇ ਨਾਮ ਦਾ ਉਚਾਰਨ ਹੋਵੇ, ਵਾਹਿਗੁਰੂ ਦੀ ਸਿਫਤ ਸਲਾਹ ਦੀ ਉਚਾਰਨ ਹੋਵੇ, ਵਿੱਚ ਵਾਹਿਗੁਰੂ ਦੀ ਸਿਫਤ ਹੋਵੇ ਰਾਗ ਵਿੱਚ, ਤੇ ਉਹ ਜਿਹੜੇ ਆ ਨਾ ਰਸ ਲੈਣ ਦੇ ਵਾਸਤੇ ਰਾਗ ਸੁਣਦੇ ਆ ਦਰਵੇਸ਼ ਸੰਤ ਭਗਤ। ਹਿਰਦੇ ਹੁਲਸਾਵਹਿ ਜਗਿਆਸੀ। ਜਗਿਆਸੂ ਮੁਕਤੀ ਦੀ ਇੱਛਾ ਵਾਲਾ ਉਸ ਵਾਹਿਗੁਰੂ ਦੀ ਸਿਫਤ ਨੂੰ ਰਾਗਾਂ ਵਿੱਚ ਸੁਣ ਕੇ ਹਿਰਦੇ ਵਿੱਚ ਬਹੁਤ ਹੁਲਸਾਵੇ, ਖੁਸ਼ ਪ੍ਰਸੰਨ ਹੁੰਦਾ ਹੈ। ਰਚਹਿ ਸਾਗ ਸ੍ਰੀ ਪ੍ਰਭ ਅਬਨਾਸੀ। ਜਿਸ ਕਰਕੇ ਕੀਰਤਨ ਨੂੰ ਸੁਣ ਕੇ ਸ੍ਰੀ ਪਰਮੇਸ਼ਰ ਦਾ ਜਿਹੜਾ ਨਾਸ ਤੋਂ ਰਹਿਤ ਹੈ, ਉਹਦੇ ਨਾਲ ਰਚ ਮਿਚ ਜਾਂਦਾ, ਮਿਲ ਘੁਲ ਜਾਂਦਾ ਹੈ। ਕਲ ਮਹਿ ਹੋਤ ਪਾਏ ਨਾ ਔਰੇ। ਇਹ ਦਸਤਗੀਰ ਜੀ ਕਲਯੁਗ ਵਿੱਚ ਕੋਈ ਹੋਰ ਉਪਾਅ ਨਹੀਂ ਹੋ ਸਕਦਾ। ਕੀਰਤ ਕਰਿਓ ਤਰਹਿ ਤਰੋਰੇ। ਐਵੇਂ ਜਿਹੜੇ ਕੀਰਤਨ ਭਗਤੀ ਕਰਨਗੇ ਉਹ ਕਰੋੜੇ ਜਿਹੜੇ ਤਰਦੇ ਆ, ਕਰੋੜੇ ਤਰਨਗੇ। ਇਹ ਕਲਯੁਗ ਮਹਿ ਹਰ ਕੀਰਤ ਕਲਯੁਗ ਪਦ ਊਤਮ। ਵਾਹਿਗੁਰੂ ਦੀ ਜਿਹੜੀ ਕੀਰਤਨ ਭਗਤੀ ਕਰਨੀ ਹੈ ਨਾ ਕਲਯੁਗ ਵਿੱਚ, ਉੱਤਮ ਪਦਵੀ ਬਖਸ਼ ਦਿੰਦੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਾਂ ਤੇ ਰਾਗ ਰੀਤ ਹਮ ਕੀਨੀ। ਇਸੇ ਵਾਸਤੇ ਜਿਹੜੀ ਰਾਗ ਦੀ ਰੀਤੀ ਅਸਾਂ ਨੇ ਕਾਇਮ ਕੀਤੀ ਹੈ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਫਿਰ ਰਾਗ ਵਿੱਚ ਕੀਰਤਨ ਕਰਨਾ ਹੈ। ਅਸੀਂ ਇਹ ਰੀਤੀ ਕਾਇਮ ਕੀਤੀ ਹੈ। ਰਸ ਹਿਤ ਸਿਫਤ ਜਾਏ ਮਤ ਭੀਨੀ। ਰਸ ਵਾਸਤੇ ਵੀ ਜਿਹੜੀ ਬੁੱਧੀ ਹੈ ਨਾ, ਪਰਮੇਸ਼ਰ ਦੀ ਜਿਹੜੀ ਬੁੱਧੀ ਹੈ, ਉਹ ਰਸ ਹਮੇਸ਼ਾ ਰਸ ਵਾਸਤੇ ਵਾਹਿਗੁਰੂ ਦੀ ਸਿਫਤ ਵਿੱਚ ਹੀ ਭੇਜ ਜਾਏ। ਕਹਿਓ ਜੋ ਤੁਮ ਚੰਚਲ ਮਤ ਕਰਹੀ। ਜੋ ਤੁਸਾਂ ਨੇ ਕਿਹਾ ਵੀ ਇਹ ਰਾਗ ਚੰਚਲ ਬੁੱਧੀ ਕਰਦਾ, ਮਤ ਕਰਦਾ ਹੈ। ਵਿਸ਼ਾ ਵਿਖੈ ਮਨ ਕੋ ਸੰਚਰਹੀ। ਸੰਚਰਹੀ ਵੀ ਵਿਸ਼ਿਆਂ ਵਿੱਚ ਮਨ ਨੂੰ ਲਗਾਉਂਦਾ ਹੈ ਰਾਗ। ਸੋ ਤੋ ਕਾਮ ਚੇਸ਼ਟਾ ਮਾਹੀ। ਕਹਿੰਦੇ ਉਹ ਤੇ ਸੋ ਤੋਂ ਇਹਦੇ ਜਿਹੜੇ ਆ ਕਾਮ ਚੇਸ਼ਟਾ, ਕਾਮ ਦੇ ਫੁਰਨਿਆਂ ਵਿੱਚ, ਕਾਮ ਕਰੀੜਾ ਵਿੱਚ ਫਸੇ ਹੋਏ ਆ, ਤੇ ਜਿਹੜੇ ਰਾਗਾਂ ਵਿੱਚ ਪਾ ਕੇ ਉਲਟਾ ਸਿੱਧਾ ਕਰਦੇ ਗਾਉਂਦੇ ਆ। ਕਰਹਿ ਸਰੋਦ
ਕਰਹ ਸਰੋਧ ਸੇ ਨਰਕ ਸੁਧਾਹੀ। ਇਹ ਜਿਹੜੇ ਸੋ ਤੋਂ ਕਾਮ ਚੇਸ਼ਟਾ ਮਾਹੀ, ਜਿਨ੍ਹਾਂ ਦੀ ਤੂੰ ਗੱਲ ਕਰਦਾ ਨਾ, ਉਹ ਕਾਮ ਚੇਸ਼ਟਾ ਵਿੱਚ ਫਸੇ ਹੋਏ ਹੈ, ਜਿਸ ਕਰਕੇ ਉਹ ਰਾਗਾਂ ਵਿੱਚ ਐਵੇਂ ਪੁੱਠੇ ਸਿੱਧੇ ਗੀਤ ਪਾ ਕੇ ਗਾਉਣਾ ਕਰਦੇ ਹੈ। ਇਹ ਪੀਰ ਜੀ, ਉਹ ਸਿੱਧੇ ਨਰਕਾਂ ਨੂੰ ਹੀ ਜਾਣਗੇ ਦੌੜ ਕੇ, ਉਹਨਾਂ ਵਾਸਤੇ ਕੋਈ ਰੁਕਾਵਟ ਨਹੀਂ ਹੋਏਗੀ ਗਾਣੇ ਗਾਉਣ ਵਾਲਿਆਂ ਨੂੰ। ਅਬ ਦੂਸਰ ਉੱਤਰ ਸੁਨ ਕਾਨੇ। ਹੁਣ ਦੂਸਰਾ ਜਿਹੜਾ ਉੱਤਰ ਹੈ ਨਾ, ਉਹ ਕੰਨਾਂ ਵਿੱਚ ਸੁਣੋ ਵੀ ਜਿਹੜਾ ਕਿ ਅਸੀਂ ਲੱਖਾਂ ਪਤਾਲ ਲੱਖਾਂ ਆਕਾਸ਼ ਕਿਵੇਂ ਕਹੇ ਹੈ। 14 ਤਬਕ ਕੁਰਾਨ ਬਖਾਨੇ। ਜੋ ਤੁਹਾਡੇ ਕੁਰਾਨ ਹੈ, ਉਹ ਕੁਰਾਨ ਵਿੱਚ 14 ਲੋਕ ਕਹੇ ਹੋਏ ਹੈ ਕਿ 7 ਪਤਾਲ 7 ਆਕਾਸ਼ ਹਨ। ਕਰਤੇ ਸਕੋ ਕਰਨ ਹਾਰ ਹੈ ਜੋ। ਤਿਸ ਕੋ ਭਾਵ ਕੁਰਾਨ ਦਾ ਜੋ ਕਰਨ ਹਾਰ ਹੈ ਨਾ, ਕਰਨ ਵਾਲਾ ਜੋ, ਤਾਂ ਕੋ 14 ਕੀ ਸੁਧ ਹੋ। ਇਹ ਦਸਤਗੀਰ ਪੀਰ ਜੀ, ਉਸ ਨੂੰ 14 ਲੋਕਾਂ ਦੀ ਖਬਰ ਸਾਰੀ ਹੋਗੀ, ਤਾਂ ਹੀ ਤੇ ਉਹਨੇ ਲਿਖਿਆ ਨਾ ਵੀ 14 ਹੀ ਲੋਕ ਹਨ। ਲਾਖਨ ਕੀ ਸੁਧ ਜਿਨ ਕੋ ਹੋਈ। ਪਰ ਅਸੀਂ ਕਹਿੰਦੇ ਜਿਨ੍ਹਾਂ ਨੂੰ ਲੱਖਾਂ ਪਤਾਲਾਂ ਆਕਾਸ਼ਾਂ ਦੀ ਸੁੱਧ ਹੋਈ ਹੈ, ਖਬਰ ਹੋਈ ਹੈ, 33 ਭਨਾ ਨਾ ਝੂਠ ਬਗੋਈ। ਉਹ ਉਨੀ ਕਹਿੰਦੇ, ਉਹ ਝੂਠ ਨਹੀਂ ਕਹਿੰਦੇ। ਜਿੰਨਾ ਹੁਣ ਲੱਖਾਂ ਪਤਾਲ ਆਕਾਸ਼ ਵੇਖਿਓ ਨਾ, ਲੱਖਾਂ ਹੀ ਕਹਿਣੇ ਆ, ਭਾਵ ਅਸਾਂ ਨੇ ਲੱਖਾਂ ਕਰੋੜਾਂ ਪਤਾਲ ਜਾਣੇ ਤੇ ਅਸੀਂ ਉਨੇ ਕਹਿਣੇ ਆ। ਤੁਹਾਡੇ ਜੋ ਕਰਨ ਵਾਲਾ ਕੁਰਾਨ ਬਣਾਉਣ ਵਾਲਾ ਰਚਨ ਵਾਲਾ, ਉਹਨੇ 14 ਵੇਖੇ ਹੋਣਗੇ, ਤੇ ਜਿਸ ਕਰਕੇ ਉਹਨੇ 14 ਹੀ ਕਹੇ। ਇੰਨੀ ਤਾਕਤ ਦਾ ਹੀ ਮਾਲਕ ਹੋਵੇਗਾ ਉਹ। ਲਾਖਨ ਪਰ ਨਾ ਔਰਕ ਕੋਈ। ਤੁਸੀਂ ਲੱਖਾਂ ਤੋਂ ਸਾਡੇ ਨਾਲ ਝਗੜਾ ਕਰਦੇ ਹੋ, ਅਸੀਂ ਕਹਿੰਦੇ ਹਾਂ ਲੱਖਾਂ ਤੋਂ ਪਰੇ ਵੀ ਉਸ ਪਤਾਲਾਂ ਆਕਾਸ਼ਾਂ ਦੀ ਓੜਕ ਅੰਤ ਨਹੀਂ ਹੈ। ਭਾਵ ਬੇਨਤੀ ਹੈ, ਕੋਟ ਬ੍ਰਹਮੰਡ ਕੋ ਠਾਕਰ ਸੁਆਮੀ ਸਰਬ ਜੀਆ ਕਾ ਦਾਤਾ ਰੇ, ਰੋਮ ਰੋਮ ਵਿੱਚ ਰੱਖਿਓ ਓਨਕਾਰ ਬ੍ਰਹਮੰਡ ਕਰੋੜ ਸਮਾਰਾ। ਜਦੋਂ ਕਰੋੜਾਂ ਹੀ ਬ੍ਰਹਮੰਡ ਹੈ, ਉਹਦੇ ਵਿੱਚ ਪਤਾਲ ਆਕਾਸ਼ ਇੱਕ ਬ੍ਰਹਮੰਡ 'ਚ ਆ ਜਾਂਦੇ। ਜਦੋਂ ਕਰੋੜਾਂ ਹੀ ਬ੍ਰਹਮੰਡ ਹੈ ਤੇ ਫਿਰ ਕਰੋੜਾਂ ਹੀ ਪਤਾਲ ਆਕਾਸ਼ ਹੋ ਗਏ ਨਾ ਆਪਣੇ ਆਪ ਹੀ। ਇਵੇਂ ਗੁਰੂ ਸਾਹਿਬ ਜੀ ਵਿੱਚੇ ਵਿੱਚ ਹੀ ਕਹਿ ਦਿੱਤਾ ਵੀ ਲੱਖਾਂ ਦੀ ਤੇ ਪਰੇ ਕੀ ਹੈ। ਲੱਖਾਂ ਦੀ ਗੱਲ ਤੁਸੀਂ ਕੀ ਕਰਦੇ, ਲੱਖਾਂ ਤੋਂ ਪਰੇ ਵੀ ਪਤਾਲਾਂ ਆਕਾਸ਼ਾਂ ਦਾ ਅੰਤ ਹੀ ਕੋਈ ਨਹੀਂ। ਭਾਵ ਕਰੋੜਾਂ ਨੇ ਕਰੋੜ ਬੇਅੰਤੀ ਬੇਅੰਤ ਹਨ। ਬੇਸ਼ੁਮਾਰ ਸਾਹਿਬ ਹੈ ਕੋਈ। ਉਹ ਸਾਹਿਬ ਮਾਲਕ ਬੇਸ਼ੁਮਾਰ ਹੈ, ਕੋਟ ਬ੍ਰਹਮੰਡ ਕੋ ਠਾਕਰ ਸੁਆਮੀ ਹੈ। ਦਸਤਗੀਰ ਸੁਨ ਸਾਚ ਨਾ ਮਾਨੀ। ਦਸਤਗੀਰ ਨੇ ਸਤਿਗੁਰ ਜੀ ਦੇ ਬਾਣੀ ਬਚਨ ਸੁਣ ਕੇ ਇਹ ਗੱਲ ਸੱਚ ਨਹੀਂ ਮੰਨੀ, ਕਹਿੰਦਾ ਮੈਂ ਨਹੀਂ ਮੰਨਦਾ। ਹੇਤ ਬਿਲੋਕਨ ਬੋਲਿਓ ਬਾਣੀ। ਐਵੇਂ ਵੇਖਣ ਵਾਸਤੇ ਬਾਣੀ ਬਚਨ ਬੋਲਿਆ, ਪਹਿਲਾਂ ਵਿਖਾਓ ਤਾਂ ਸਹੀ ਮੈਨੂੰ। ਕਹੇ ਪ੍ਰਤੀਤ ਨਾ ਆਵੈ ਮੋਕੋ। ਕਹਿੰਦਾ ਵੀ ਆਪ ਜੀ ਦੇ ਕਹੇ ਨਾਲ ਮੈਨੂੰ ਨਹੀਂ ਯਕੀਨ ਹੁੰਦਾ, ਮੈਨੂੰ ਨਹੀਂ ਪ੍ਰਤੀਤੀ ਭਰੋਸਾ ਹੁੰਦਾ। ਦੇਹੋ ਦਿਖਾਏ ਜੇ ਹੈ ਸੁਧ ਤੋ ਕੋ। ਅੱਜ ਤੁਹਾਨੂੰ ਲੱਖਾਂ ਪਤਾਲਾਂ ਆਕਾਸ਼ਾਂ ਦੀ ਖਬਰ ਹੈ, ਮੈਨੂੰ ਦਿਖਾ ਦਿਓ ਫਿਰ। ਸੁਤ ਮੇਰੇ ਕੋ ਸੰਗ ਲਿਜਾਵੋ। ਗੁਰੂ ਸਾਹਿਬ ਜੀ ਕਹਿੰਦੇ ਵੀ ਚਲੋ ਪੀਰ ਜੀ ਹੁਣੇ ਦਿਖਾ ਦੇਣੇ। ਕਹਿੰਦਾ ਨਹੀਂ ਜੀ, ਮੈਂ ਤੇ ਬੁੱਢਾ ਹੋਇਆ, ਬਜ਼ੁਰਗ ਹੋਇਆ ਵਾਂ, ਆ ਮੇਰਾ ਲੜਕਾ ਜਵਾਨ ਪੁੱਤਰ ਮਰੀਦ, ਇਹ ਪੁੱਤਰ ਨੂੰ ਨਾਲ ਲੈ ਜਾਓ। ਜਿਤੀ ਪਹੁੰਚ ਹੈ ਤਿਤੇ ਦਿਖਾਵੋ। ਜਿੰਨੀ ਤੁਹਾਡੀ ਪਹੁੰਚ ਹੈ ਨਾ, ਭਾਵ ਲੱਖਾਂ ਤੋਂ ਹੀ ਜੇ ਵੱਧ ਹੈ ਤੇ ਉਨੇ ਦਿਖਾ ਦਿਓ ਪਤਾਲ ਆਕਾਸ਼। ਸੁਨ ਕੈ ਤਿਹ ਸ਼ਿਨ ਸ੍ਰੀ ਜਗਨਾਥਾ। ਦਸਤਗੀਰ ਪੀਰ ਤੋਂ ਸੁਣ ਕੇ ਗੁਰੂ ਸਾਹਿਬ ਜੀ ਉਸੇ ਸਮੇਂ ਜਗਤ ਦੇ ਮਾਲਕ ਤਿਹ ਕੋ ਗਹਿਓ ਹਾਥ ਮਹਿ ਹਾਥਾ। ਦਸਤਗੀਰ ਪੀਰ ਦਾ ਹੱਥ ਆਪਣੇ ਹੱਥਾਂ, ਉਹਦੇ ਪੁੱਤਰ ਦਾ ਜਿਹੜਾ ਹੱਥ ਸੀ ਨਾ, ਆਪਣੇ ਹੱਥਾਂ ਵਿੱਚ ਫੜ ਲਿਆ। ਕਹਿਓ ਕੇ ਲੋਚਨ ਮੋਂਦਹ ਦੋਈ। ਮਹਾਰਾਜ ਨੇ ਕਿਹਾ ਦਸਤਗੀਰ ਦੇ ਪੁੱਤਰ ਨੂੰ ਵੀ ਬੇਟਾ ਦੋਵੇਂ ਨੇਤਰ ਮੂੰਦਲਾ ਬੰਦ ਕਰ ਲਾ। ਚਾਹੋ ਜੋ ਦੇਖ ਲਿਓ ਅਬ ਸੋਈ। ਹਾਂ, ਜੋ ਤੂੰ ਚਾਹੇਗਾ ਨਾ ਹੁਣੇ ਤੂੰ ਦੇਖ ਲਏਗਾ। ਐਵੇਂ ਤੂੰ ਵੀ ਨੇਤਰ ਬੰਦ ਕਰ ਲਾ, ਜੋ ਤੂੰ ਚਾਹੇਗਾ, ਜਿੰਨੇ ਦੇਖਣਾ ਚਾਹੇਗਾ ਉਨੇ ਦੇਖ ਲਏਗਾ। ਐਵੇਂ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹ ਦਸਤਗੀਰ ਪੀਰ ਦੇ ਲੜਕੇ ਦਾ ਹੱਥ ਫੜ ਲਿਆ, ਨੇਤਰ ਬੰਦ ਕਰਦੇ ਫਿਰ ਜਿਵੇਂ ਲੱਖਾਂ ਪਤਾਲ ਆਕਾਸ਼ ਦਿਖਾਏ। ਜਿਵੇਂ ਹੱਥ ਜੋੜੇ ਮਹਾਰਾਜ ਆਦੇ ਬੜੇ ਸਦੀਆਂ ਲੰਘ ਗਈਆਂ ਇੱਥੇ ਆਇਆ ਹੋਇਆ ਨੂੰ, ਹੁਣ ਵਾਪਸ ਫੜੋ ਮੈਨੂੰ, ਮੇਰੇ ਕੋਲ ਨਹੀਂ ਹੁਣ ਵੇਖੇ ਜਾਂਦੇ, ਬੜੇ ਵੇਖ ਲਏ ਆ। ਫਿਰ ਗੁਰੂ ਮਹਾਰਾਜ ਜਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਉੱਥੋਂ ਵਾਪਸ ਆਉਣਗੇ।
ਇਸ ਪੀਰ ਨੂੰ ਵੀ ਦਸਤਗੀਰ ਪੀਰ ਨੂੰ ਵੀ ਛਕਾਉਣਗੇ। ਉਹ ਪ੍ਰਸੰਗ ਕੱਲ੍ਹ ਆ ਜਾਏਗਾ, ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਸੁਨ ਕੈ ਤਿਹ ਸ਼ਨ ਸ੍ਰੀ ਜਗਨਾਥਾ, ਤਿਹ ਕੋ ਗਹਿਓ ਹਾਥ ਮਹਿ ਹਾਥਾ। ਕਹਿਓ ਕੇ ਲੋਚਨ ਮੁੰਦਹ ਦੋਈ, ਚਾਹੋ ਜੋ ਦੇਖ ਲਿਓ ਅਬ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।